ਅੱਜ ਅਸੀਂ ਮੁਲਾਕਾਤ ਕਰਾਵਾਂਗੇ ਤੁਹਾਡੇ ਨਾਲ ਡੀਐਸਪੀ ਬਲਵਿੰਦਰ ਸਿੰਘ ਸੇਖੋ ਜਿਨ੍ਹਾਂ ਨੂੰ ਬਰਖਾਸਤ ਜਿਹੜਾ ਕਰ ਦਿੱਤਾ ਗਿਆ ਸੀਗਾ। ਸਿੱਧੂ ਨਾਲ ਕਿੱਦਾਂ ਤੁਹਾਡਾ ਟਾਕਰਾ ਹੋਇਆ? ਕਿਹੜੀ ਉਹ ਜਿਹੜੀ ਸੀਗੀ ਇਨਕੁਆਇਰੀ ਜਿਹੜੀ ਸਿੱਧੂ ਦੇ ਖਿਲਾਫ ਸੀਗੀ ਜਿਹਦੇ ਕਰਕੇ ਤੁਹਾਨੂੰ ਬਰਖਾਸਤ ਕਰ ਦਿੱਤਾ? ਉਹਦੇ ਵਿੱਚ ਇਹ ਜਿਹੜਾ ਇਹਦਾ ਨੀਵਾਂ ਕਿਰਦਾਰ ਆ ਉਹ ਸਾਹਮਣੇ ਆਇਆ ਔਰ ਉਹਦਾ ਹੰਕਾਰ ਐਡਾ ਵੱਡਾ ਹੋਇਆ ਪਿਆ ਹੁਣ ਤੱਕ ਹੋਇਆ ਪਿਆ ਕਿ ਉਹਨੇ ਅਖੀਰ ਤੇ ਡਿਸਮਿਸ ਕਰਵਾ ਕੇ ਹੀ ਮੈਨੂੰ ਆਪਣਾ ਸਾਹ ਲਿਆ ਤੇ ਉਹ ਡਿਸਮਿਸ ਜਦੋਂ ਮੈਨੂੰ ਕੀਤਾ ਗਿਆ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗਾ। ਮੇਰਾ ਜਿਹੜਾ ਬੋਲਣਾ ਹੈਗਾ ਇਹਨਾਂ ਦੇ ਅਗੇਂਸਟ ਇਲੈਕਸ਼ਨ ਲੜਨਾ ਜਿਹੜਾ ਹੈਗਾ ਕਿ ਸਿੰਬੋਲਿਕ ਇਲੈਕਸ਼ਨ ਹੈ। ਬੈਂਸਾ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ? ਕਿਉਂਕਿ ਐਡੇ ਜਿਹੜੇ ਬੈਠੇ ਸੀ ਆਸਾਰਾਮ ਵਰਗੇ ਫੜੇ ਗਏ, ਰਾਮ ਰਿੰਗ ਵਰਗੇ ਅੰਦਰ ਹੋ ਗਏ, ਇਹਨਾਂ ਦੇ ਕਿਉਂ ਨਹੀਂ ਹੋ ਰਿਹਾ? ਪੁਲਿਸ ਦੀ ਨੀਵੇਂਪਣ ਦੀ ਜਿਹੜੀ ਹੈਗੀ ਹੈ ਉਹ ਵੀ ਐਡਾ ਬੇੜਾ ਗਰਕ ਹੋ ਗਿਆ ਇਸ ਮਹਿਕਮੇ ਦਾ, ਥੱਲੇ SHO ਲੈਵਲ ਤੋਂ ਲੈ ਕੇ ਤੇ ਉੱਪਰ DGP ਲੈਵਲ ਤੱਕ ਇਹਨਾਂ ਨੂੰ ਕੋਈ ਸ਼ਰਮ ਹਜਾ ਨਹੀਂ ਰਹੀ। ਵਰਦਿਆਂ ਦੇ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਵੱਡੇ ਵੱਡੇ ਸਟਾਰ ਲਾ ਕੇ, ਤੇ ਤਾਂ ਕਿ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਹਾਈ ਕੋਰਟ ਤੇ ਸੁਪਰੀਮ ਕੋਰਟ ਦੀਆਂ ਇਹਨਾਂ ਦੇ ਵਾਸਤੇ ਗਾਹਕ ਮਿਲਦੇ ਨੇ। ਅਸਲ ਦੇ ਵਿੱਚ ਇਹ ਜਿਹੜਾ ਸਭ ਤੋਂ ਮਾੜਾ ਕਿਰਦਾਰ ਹੈ ਇਹ ਸੁਪਰੀਮ ਕੋਰਟ ਨੇ ਵਿਖਾਇਆ, ਪਹਿਲਾਂ ਹਾਈ ਕੋਰਟ ਵਿਖਾਉਂਦੀ ਸੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸੌਰਵ ਅਰੋੜਾ। ਅੱਜ ਅਸੀਂ ਮੁਲਾਕਾਤ ਕਰਾਵਾਂਗੇ ਤੁਹਾਡੇ ਨਾਲ ਡੀਐਸਪੀ ਬਲਵਿੰਦਰ ਸਿੰਘ ਸੇਖੋ ਜਿਨ੍ਹਾਂ ਨੂੰ ਬਰਖਾਸਤ ਜਿਹੜਾ ਕਰ ਦਿੱਤਾ ਗਿਆ ਸੀਗਾ। ਸੇਖੋ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜੀ, ਬਹੁਤ ਬਹੁਤ ਨਮਸਕਾਰ ਤੁਹਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ। ਸੇਖੋ ਸਾਹਿਬ, ਚੋਣਾਂ ਆ ਚੁੱਕੀਆਂ, ਕਿਹੜੇ ਮੈਦਾਨ ਦੇ ਵਿੱਚ ਉਤਰ ਰਹੇ ਹੋ? ਕਿਉਂਕਿ ਆਸ਼ੂ ਦੇ ਨਾਲ, ਭਾਰਤ ਭੂਸ਼ਣ ਆਸ਼ੂ ਆ, ਉਹਦੇ ਨਾਲ ਤੁਹਾਡਾ ਬੜਾ ਜੋੜ ਰਿਹਾ ਤੋੜ ਰਿਹਾ, ਤੇ ਮੈਂ ਸੁਣਿਆ ਤੁਸੀਂ ਅੰਮ੍ਰਿਤਸਰ ਤੋਂ ਵੀ ਲੜ ਰਹੇ ਹੋ ਚੁਣਾਵ। ਇਹ ਦੇਖੋ ਜੀ, ਇਹ ਇੱਕ ਕੜੀ ਹੈ ਜਿਹਦੇ ਦੋ ਪਾਰਟ ਦਿਖਾਈ ਦਿੰਦੇ ਆ। ਉਹ ਕੜੀ ਦੀ ਸ਼ੁਰੂਆਤ ਜਿਹੜੀ ਹੈਗੀ ਸੀਗੀ ਉਹ ਅੰਮ੍ਰਿਤਸਰ ਤੋਂ ਸਟਾਰਟ ਹੁੰਦੀ ਹੈ, ਨਵਜੋਤ ਸਿੰਘ ਸਿੱਧੂ ਤੋਂ ਸਟਾਰਟ ਹੁੰਦੀ ਹੈ, ਕਿਉਂਕਿ ਉਹ ਇਨਕੁਆਇਰੀ ਜਿਹੜੀ ਮੈਨੂੰ ਮਾਰ ਕੀਤੀ ਸੀ ਨਵਜੋਤ ਸਿੰਘ ਸਿੱਧੂ ਨੇ ਕੀਤੀ ਸੀ। ਅਤੇ ਉਸ ਤੋਂ ਬਾਅਦ ਜਿਹੜਾ ਉਹਦਾ ਰੋਲ ਰਿਹਾ ਉਹ ਸਾਰੀ ਦੁਨੀਆ ਨੂੰ ਮਤਲਬ ਸਾਰੇ ਇਹ ਦੁਆਰਾ ਮੇਰੇ ਵਾਰ-ਵਾਰ ਦੱਸਣ ਦੀ ਲੋੜ ਨਹੀਂ, ਪਰ ਫਿਰ ਵੀ ਮਤਲਬ ਦੋ ਲਫ਼ਜ਼ਾਂ ਵਿੱਚ ਕਹੀਏ ਤਾਂ ਇਹਨੇ ਬਿਲਕੁਲ ਉਹ ਪਿੱਠ 'ਚ ਛੁਰਾ ਮਾਰਨ ਵਾਲਾ ਅਤੇ ਅਕ੍ਰਿਤ ਕਰਨ ਵਾਲਾ ਕੰਮ ਕੀਤਾ ਕਿ ਕਿਸੇ ਕੋਲੋਂ ਕੋਈ ਜਾਇਜ਼ ਕੰਮ ਕਰਵਾ ਕੇ ਉਹਨੂੰ ਦੇ ਕੇ ਪਿੱਠ ਥਾਪੜ ਕੇ ਵੀ ਮੈਂ ਬੈਠਾ ਤੇਰੇ ਸਿਰ 'ਤੇ ਕਰ ਤੂੰ ਠੀਕ ਕੰਮ, ਅਤੇ ਉਸ ਤੋਂ ਬਾਅਦ ਉਹਦੇ ਬਾਰੇ ਨਾਲ ਦਾ ਕੀ ਖੜਨਾ, ਉਲਟਾ ਦੂਸਰੇ ਪਾਸੇ ਖੜਨਾ। ਈਵਨ ਇਸੇ ਆਸ਼ੀ ਨੂੰ ਜਿਹਨੂੰ ਕਹਿੰਦਾ ਸੀ ਇਹ ਮੰਤਰੀ ਸੰਤਰੀ ਟੰਗ ਦੂੰਗਾ, ਅਤੇ ਹੁਣ ਕੱਲ੍ਹ ਮਤਲਬ ਉਹਦੇ ਘਰਾਂ ਦੇ ਵਿੱਚ ਤੁਰਿਆ ਫਿਰਨਾ ਜਾ ਕੇ ਅਤੇ ਆਪਣੀ ਪਾਰਟੀ ਦਾ ਉਹ ਡਰਾਮਾ ਕਰਕੇ ਵਿਖਾਉਣਾ, ਠੀਕ ਹੈ। ਤਾਂ ਉਹਦੇ ਵਿੱਚ ਇਹ ਜਿਹੜਾ ਇਹਦਾ ਨੀਵਾਂ ਕਿਰਦਾਰ ਆ ਉਹ ਸਾਹਮਣੇ ਆਇਆ। ਆਸ਼ੂ ਤਾਂ ਬਾਅਦ ਵਿੱਚ ਆਉਂਦਾ ਇਸ ਗੇਮ ਦੇ ਵਿੱਚ, ਪਹਿਲਾਂ ਤਾਂ ਸਟਾਰਟ ਇਹਦੇ ਤੋਂ ਹੋਇਆ ਸੀਗਾ। ਹਾਂ, ਉਹ ਅਲੱਗ ਗੱਲ ਹੈ ਕਿ ਮੈਂ ਲੁਧਿਆਣਾ ਦਾ ਵਾਸੀ ਹੋਣ ਕਰਕੇ, ਮੈਂ ਲੁਧਿਆਣਾ ਦੇ ਵੈਸਟ ਇਲਾਕੇ ਦਾ ਬਸ਼ਿੰਦਾ ਹੋਣ ਕਰਕੇ ਮੇਰੀ ਆਪਣੀ ਉਹਦੇ ਨਾਲ ਵੀ ਇਸ ਗੱਲੋਂ ਹੈਗੀ ਕਿ ਉਹਨੇ ਮਤਲਬ ਇਹ ਬਹੁਤ ਜ਼ਿਆਦਾ ਧੱਕਾ ਕੀਤਾ ਮੇਰੇ ਨਾਲ। ਠੀਕ ਹੈ, ਇੱਕ ਸਸਪੈਂਸ਼ਨ ਤੱਕ ਸੀਗੀ ਗੱਲ, ਮੰਤਰੀ ਹੈ ਇਹ, ਮੈਂ ਅੱਗੋਂ ਕਿਹਾ ਗਿਆ ਸੀ ਬਹੁਤ ਚੀਜ਼ਾਂ ਸੀਗੀਆਂ ਜਿਹੜੀ ਕਿਸੇ ਟਾਈਮ ਕਵਰ ਕੀਤੀਆਂ ਜਾ ਸਕਦੀਆਂ ਸੀਗੀਆਂ, ਪਰ ਉਹਦਾ ਹੰਕਾਰ ਐਡਾ ਵੱਡਾ ਹੋਇਆ ਪਿਆ ਹੁਣ ਤੱਕ ਹੋਇਆ ਪਿਆ ਕਿ ਉਹਨੇ ਅਖੀਰ ਤੇ ਡਿਸਮਿਸ ਕਰਵਾ ਕੇ ਹੀ ਮੈਨੂੰ ਆਪਣਾ ਸਾਹ ਲਿਆ, ਤੇ ਉਹ ਡਿਸਮਿਸ ਜਦੋਂ ਮੈਨੂੰ ਕੀਤਾ ਗਿਆ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗਾ। ਠੀਕ ਹੈ, ਸਸਪੈਂਡ ਤਾਂ ਪਹਿਲਾਂ ਜਦੋਂ ਸੀ ਉਦੋਂ ਤਾਂ ਇਹ ਕਹਿੰਦਾ ਸੀਗਾ ਵੀ ਮੇਰੇ ਪੱਲੇ ਕੁਛ ਨਹੀਂ ਹੈਗਾ, ਮੈਨੂੰ ਬਦਲਤਾ, ਮੈਂ ਮੰਤਰੀ ਨਹੀਂ ਹੈ, ਪਰ ਜਦੋਂ ਮੇਰੀ ਡਿਸਮਿਸਲ ਹੋਈ ਹੈ ਉਦੋਂ ਇਹ ਪ੍ਰਧਾਨ ਸੀਗਾ। ਤਾਂ ਇਹ ਬਿਲਕੁਲ ਦੋ ਜਿਹੜੇ ਟਾਰਗੇਟ ਹੈਗੇ, ਇਹ ਪਰਸਨਲ ਲੋਕ ਕਹਿ ਦਿੰਦੇ ਆ, ਨਿੱਜੀ ਕਹਿ ਦਿੰਦੇ, ਹੁਣ ਨਿੱਜੀ ਨਹੀਂ ਹੈਗੇ। ਜੇ ਇਹਨਾਂ ਲੋਕਾਂ ਨੂੰ ਗੱਲਾਂ ਨੂੰ ਲੋਕਾਂ ਦੇ ਵਿੱਚ ਨਹੀਂ ਲੈ ਕੇ ਜਾਵਾਂਗੇ ਅਤੇ ਫਿਰ ਤਾਂ ਜਿਵੇਂ ਹੋਰ ਲੋਕ ਨੁਕਸਾਨ ਕਰਕੇ ਘਰੇ ਬੈਠ ਜਾਂਦੇ, ਫਿਰ ਤਾਂ ਉੱਥੇ ਹੀ ਗੱਲ ਹੋ ਜਾਂਦੀ ਹੈ। ਇਹ ਮੇਰੇ ਮਾਮਲੇ 'ਚ ਜੇ ਫੇਲ ਨੇ ਤਾਂ ਇੱਕੋ ਗੱਲ 'ਚ ਫੇਲ ਨੇ ਕਿ ਮਤਲਬ ਇਹ ਮੈਨੂੰ ਚੁੱਪ ਨਹੀਂ ਕਰਾ ਸਕੇ, ਅਤੇ ਅੱਜ ਵੀ ਮਤਲਬ ਜੇ ਮੈਂ ਚੁੱਪ ਕਰਦਾ ਤਾਂ ਫਿਰ ਤਾਂ ਇਹਨਾਂ ਦੀ ਜਿੱਤ ਹੈ। ਤਾਂ ਮੇਰਾ ਜਿਹੜਾ ਬੋਲਣਾ ਹੈਗਾ ਇਹਨਾਂ ਦੇ ਅਗੇਂਸਟ ਇਲੈਕਸ਼ਨ ਲੜਨਾ ਜਿਹੜਾ ਹੈਗਾ ਕਿ ਸਿੰਬੋਲਿਕ ਇਲੈਕਸ਼ਨ ਹੈ ਜਿਹੜਾ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਹੈ। ਮੈਨੂੰ ਪਤਾ ਉੱਥੇ ਪਹਿਲਾਂ ਹੀ ਬਹੁਤ ਵੱਡੇ ਸਿੰਘ ਫਸੇ ਹੋਏ ਆ, ਅਤੇ ਵਿਕਰਮਜੀਤ ਸਿੰਘ ਮਜੀਠੀਆ ਬੈਠਾ ਹੈ, ਠੀਕ ਹੈ, ਇੱਕ ਬਹੁਤ ਵੱਡਾ ਇੱਕ ਇਲੈਕਸ਼ਨ ਆਓ, ਠੀਕ ਹੈ। ਉੱਥੇ ਮੇਰਾ ਇੱਕ ਸਿੰਬੋਲਿਕ ਹੈ ਕਿ ਮੈਂ ਸਿਸਟਮ ਦੇ ਖਿਲਾਫ ਵੀ ਬੋਲਦਾ, ਠੀਕ ਹੈ, ਮੈਂ ਅਕਾਲੀਆਂ ਦੇ ਖਿਲਾਫ ਵੀ ਬੋਲਦਾ, ਮੈਂ ਕਾਂਗਰਸ ਦੇ ਖਿਲਾਫ ਵੀ ਬੋਲਦਾ, ਮੈਂ ਆਪ ਵਾਲਿਆਂ ਤੋਂ ਵੀ ਖੁਸ਼ ਨਹੀਂ ਹੈਗਾ, ਠੀਕ ਹੈ। ਤਾਂ ਉੱਥੋਂ ਦਾ ਜਿਹੜਾ ਇਲੈਕਸ਼ਨ ਹੈਗਾ ਉਹ ਇੱਕ ਸਿੰਬੋਲਿਕ ਇਲੈਕਸ਼ਨ ਹੈ ਕਿ ਮੈਂ ਜਿਹੜਾ ਹੈਗਾ ਸਿਸਟਮ ਦੇ ਖਿਲਾਫ ਹੈਗਾ। ਜਿਹੜਾ ਇਹ ਇਲੈਕਸ਼ਨ ਆਸ਼ੂ ਦੇ ਖਿਲਾਫ ਇੱਥੋਂ ਵਾਲਾ ਹੈਗਾ, ਇਹ ਉਹ 1-to-1 ਇਲੈਕਸ਼ਨ ਹੈ ਕਿ ਜਿਹੜਾ ਕਿ ਅਸੀਂ ਇਹਨੂੰ ਹਰਾ ਕੇ ਇਹਨੂੰ ਦੱਸਾਂਗੇ, ਇਹਦੀ ਔਕਾਤ ਦੱਸਾਂਗੇ ਵੀ ਤੁਸੀਂ ਕੀ ਲੋਕ ਸੀਗੇ ਅਤੇ ਕੀ ਮਤਲਬ ਤੁਹਾਡੇ ਦਾ ਹੋਣਾ ਚਾਹੀਦਾ ਸੀ, ਤੁਸੀਂ ਕਿੱਥੇ ਗਲਤ ਜਗ੍ਹਾ ਪਹੁੰਚ ਗਏ। ਇਹਦੇ ਵਿੱਚ ਬੈਂਸ ਬ੍ਰਦਰ ਵੀ ਆਉਂਦੇ ਆ, ਜਿਹੜੀ ਇੱਥੋਂ ਦੀ ਲੋਕਲ ਜਿਹੜੀ ਆਪਾਂ ਲੁਧਿਆਣੇ ਦੀ ਜੋ ਗੱਲ ਕਰਦੇ ਹਾਂ ਉਹਦੇ ਵਿੱਚ ਉਹ ਰੇਪ ਪੀੜਤ ਜਿਹੜੀ ਔਰਤ ਹੈ ਉਹਨੂੰ 1 ਸਾਲ ਤੋਂ ਮੈਂ ਬੈਠਾ ਵੀ ਨਾਲ ਖੜੇ ਸੀਗੇ ਜਿਹਦੇ ਨਾਲ 1 ਸਾਲ ਤੋਂ ਉਹਦੇ ਨਾਲ, ਪਰ ਜਿਹੜੀ ਕੋਰਟ ਤੋਂ ਮਿਲ ਗਈ ਹੈ 2 ਦਿਨ ਦੀ ਰਿਆਇਤ ਮਿਲ ਗਈ ਹੈ, ਉਹਨਾਂ ਦੇ ਨਾਲ ਵੀ ਖੜੇ ਸੀ ਜਿਹਦੇ ਨਾਲ ਰੇਪ ਦਾ ਮਾਮਲਾ ਚੱਲਦਾ ਪਿਆ। ਬੈਂਸਾ ਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ? ਕਿਉਂਕਿ ਐਡੇ ਜਿਹੜੇ ਬੈਠੇ ਸੀ ਆਸਾਰਾਮ ਵਰਗੇ ਫੜੇ ਗਏ, ਰਾਮ ਰਿੰਗ ਵਰਗੇ ਅੰਦਰ ਹੋ ਗਏ, ਇਹਨਾਂ ਦੇ ਕਿਉਂ ਨਹੀਂ ਹੋ ਰਿਹਾ ਗ੍ਰਿਫਤਾਰ? ਮੈਂ ਦੱਸਦਾ ਤੁਹਾਨੂੰ, ਜਿਹੜੀ ਤਾਂ ਉਹਦੀ ਵਿਕਟਮ ਨਾਲ ਖੜਨ ਦੀ ਗੱਲ ਹੈ, ਤਾਂ ਅੱਜ ਆਪਾਂ ਗੱਲ ਕਰ ਰਹੇ ਹਾਂ, ਅੱਜ 3 ਤਰੀਕ ਹੈ,
ਤੇ ਕੱਲ ਮਤਲਬ 5 ਦਿਨਾਂ ਬਾਅਦ 8 ਤਰੀਕ ਹੈ, 8 ਤਰੀਕ ਨੂੰ 1 ਸਾਲ ਹੋ ਜਾਊਗਾ, 5 ਦਿਨਾਂ ਬਾਅਦ 1 ਸਾਲ ਹੋ ਜਾਊਗਾ ਧਰਨੇ ਤੇ ਬੈਠਿਆਂ ਨੂੰ। ਇਹ ਤਾਂ ਹੈਗੀ ਆ ਪੁਲਿਸ ਦੀ ਨੀਵੇਂਪਣ ਦੀ ਜਿਹੜੀ ਹੈਗੀ ਹੈ, ਉਹ ਵੀ ਇਹ ਐਡਾ ਬੇੜਾ ਗਰਕ ਹੋ ਗਿਆ ਇਸ ਮਹਿਕਮੇ ਦਾ, ਥੱਲੇ SHO ਲੈਵਲ ਤੋਂ ਲੈ ਕੇ ਤੇ ਉੱਪਰ DGP ਲੈਵਲ ਤੱਕ, ਕਿ ਇਹਨਾਂ ਨੂੰ ਕੋਈ ਸ਼ਰਮ ਹਜਾ ਹੀ ਨਹੀਂ ਰਹੀ। ਵਰਦੀਆਂ ਦੇ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਵੱਡੇ ਵੱਡੇ ਸਟਾਰ ਲਾ ਕੇ, ਇਹਨਾਂ ਦਾ ਕਿਰਦਾਰ ਹੀ ਖਤਮ ਹੋ ਗਿਆ। ਇਹਨਾਂ ਦੇ ਵਿੱਚ ਬੇਸਿਕ ਜਿਹੜੀ ਕੋਈ ਪ੍ਰੋਫੈਸ਼ਨਲਿਜ਼ਮ ਸੀ ਖਤਮ ਹੋ ਗਿਆ, ਕਿ ਕਿਸੇ ਨੂੰ ਗਰੀਬ ਨੂੰ ਜਾਂ ਕਿਸੇ ਜਿਹੜਾ ਅਬਲਾ ਮਾਸੂਮ ਹੈ ਉਹਨੂੰ ਅਸੀਂ ਕੋਈ ਇਨਸਾਫ ਦੇ ਸਕੀਏ, ਕਿਉਂਕਿ ਪੋਲੀਟੀਕਲ ਬੰਦਿਆਂ ਦੇ ਥੱਲੇ ਲੱਗੇ ਹੋਏ ਆ। ਔਰ ਰਹਿੰਦੀ ਖੁੰਦੀ ਕਸਰ ਜਿਹੜੀ ਤੁਸੀਂ ਪੁੱਛੀ ਵੀ ਦਾ ਜ਼ਮਾਨਤ ਵਾਲੀ ਗੱਲ, ਦੇਖੋ ਸੁਪਰੀਮ ਕੋਰਟ ਸਾਡੀ ਦਾ ਕੀ ਹਾਲ ਹੈ। ਅਸੀਂ ਕੋਰਟਾਂ ਨੂੰ, ਮੈਂ ਹਾਈ ਕੋਰਟ ਬਾਰੇ ਬੜਾ ਗੱਲ ਕਰਦਾ ਹਾਂ, ਕਿਉਂਕਿ ਸੁਪਰੀਮ ਕੋਰਟ ਕਦੇ ਕਦੇ ਆਪਣੀ ਸ਼ਕਲ ਵਿਖਾਉਂਦੀ ਹੈ, ਕਦੇ ਕਦੇ ਆਪਣਾ ਚਿਹਰਾ ਜਿਹੜਾ ਭੈੜਾ ਵਿਖਾਉਂਦੀ ਹੈ। ਉਹ ਜਿਹੜਾ ਬੈਂਸਾਂ ਦੇ ਮਾਮਲੇ 'ਚ 2 ਦਿਨ ਦੀ ਜ਼ਮਾਨਤ, ਦੇਖੋ ਉਹ ਲੇਡੀ ਦੀ ਪਟੀਸ਼ਨ ਜਿਹੜੀ ਹੈਗੀ ਆ, ਉਸ ਨੂੰ 15-20 ਦਿਨ ਹੋ ਗਏ ਉੱਥੇ ਦਾਇਰ ਕੀਤੀ ਨੂੰ, ਉਹਦੇ 'ਤੇ ਕੋਈ ਸੁਣਵਾਈ ਨਹੀਂ ਹੈਗੀ। ਇਹ 2 ਦਿਨ ਪਹਿਲਾਂ ਕਰਦੇ ਆ ਅਤੇ ਇਹਨਾਂ ਦੀ ਸੁਣਵਾਈ ਹੋ ਰਹੀ ਹੈ, ਕਿਉਂਕਿ ਇਲੈਕਸ਼ਨ ਲੜਾਉਣਾ ਸੀਗਾ, ਠੀਕ ਹੈ। ਇਸ ਕਰਕੇ ਕੋਰਟਾਂ ਜਿਹੜੀਆਂ ਹੈਗੀਆਂ ਇਹ ਵੱਡਿਆਂ ਵਾਸਤੇ ਹੈ, ਲੀਡਰਾਂ ਵਾਸਤੇ ਹੈਗੇ ਆ, ਆਮ ਬੰਦੇ ਵਾਸਤੇ ਨਹੀਂ ਹੈਗੇ। ਅਤੇ ਸੁਪਰੀਮ ਕੋਰਟ ਨੇ ਆਪਣਾ ਨੀਵਾਂ ਕਿਰਦਾਰ ਵਿਖਾਇਆ ਕਿ ਸਾਡੀਆਂ ਵੱਡੀਆਂ ਵੱਡੀਆਂ ਕੁਰਸੀਆਂ 'ਤੇ ਅਸੀਂ ਕਿੰਨੇ ਨੀਵੇਂ ਲੋਕ ਬੈਠੇ ਹਾਂ, ਕਿ ਇਹੋ ਜਿਹੇ ਬਲਾਤਕਾਰੀਆਂ ਨੂੰ ਜਿਹੜੀਆਂ ਜ਼ਮਾਨਤ ਦਵਾ ਕੇ ਇਲੈਕਸ਼ਨ ਲੜਨ ਦੇ ਐਲੀਜੀਬਲ ਕਰਦੇ ਹਾਂ, ਤਾਂ ਕਿ ਫਿਰ ਇਹ ਆਪਣੇ ਆਉਣ ਵਾਲੇ ਸਮੇਂ ਦੇ ਜਿਹੜੇ ਜ਼ੁਲਮ ਇਹੋ ਜਿਹੇ ਜਾਰੀ ਰੱਖ ਸਕਣ, ਅਤੇ ਤਾਂ ਕਿ ਇਹਨਾਂ ਦੀਆਂ ਦੁਕਾਨਾਂ ਜਿਹੜੀਆਂ ਹਾਈ ਕੋਰਟ ਅਤੇ ਸੁਪਰੀਮ ਕੋਰਟਾਂ ਦੀਆਂ, ਇਹਨਾਂ ਦੇ ਵਾਸਤੇ ਗਾਹਕ ਮਿਲਦੇ ਰਹਿਣ ਨੂੰ। ਅਸਲ ਦੇ ਵਿੱਚ ਇਹ ਜਿਹੜਾ ਸਭ ਤੋਂ ਮਾੜਾ ਕਿਰਦਾਰ ਹੈ, ਇਹ ਸੁਪਰੀਮ ਕੋਰਟ ਨੇ ਵਿਖਾਇਆ, ਪਹਿਲਾਂ ਹਾਈ ਕੋਰਟ ਵਿਖਾਉਂਦੀ ਸਾਡੀ। ਨਵਜੋਤ ਸਿੰਘ ਸਿੱਧੂ ਨਾਲ ਕਿੱਦਾਂ ਤੁਹਾਡਾ ਟਾਕਰਾ ਹੋਇਆ? ਕਿਹੜੀ ਉਹ ਜਿਹੜੀ ਸੀਗੀ ਇਨਕੁਆਇਰੀ ਜਿਹੜੀ ਸਿੱਧੂ ਦੇ ਖਿਲਾਫ ਸੀਗੀ, ਜਿਹਦੇ ਕਰਕੇ ਤੁਹਾਨੂੰ ਬਰਖਾਸਤ ਕਰ ਦਿੱਤਾ ਗਿਆ? ਨਹੀਂ, ਤੁਸੀਂ ਕੁਐਸਚਨ ਤੁਹਾਡਾ ਠੀਕ ਨਹੀਂ। ਸਿੱਧੂ ਦੇ ਖਿਲਾਫ ਕੋਈ ਇਨਕੁਆਇਰੀ ਨਹੀਂ ਸੀਗੀ। ਸਿੱਧੂ ਨੇ ਤਾਂ ਇਨਕੁਆਇਰੀ ਦਿੱਤੀ ਸੀ ਇੱਥੋਂ ਦੀ ਕਿਸੇ ਬੇਨਿਯਮੀ ਦੇ ਖਿਲਾਫ ਲੁਧਿਆਣੇ ਦੀ ਵਿੱਚ, ਉਹਦੇ ਵਿੱਚ ਇਹਦੇ ਆਸ਼ੂ ਦੇ ਬੰਦੇ ਜਿਹੜੇ ਹੈਗੇ ਸੀ ਇਨਵੋਲਵ ਸੀਗੇ, ਅਤੇ ਇਹ ਉਸ ਅਸਲ ਦੇ ਵਿੱਚ ਸਾਰਾ ਕੁਛ ਮਤਲਬ ਇਹ ਮੈਨੂੰ ਭੁਗਤਣਾ ਪਿਆ। ਮੈਨੂੰ ਸੀ ਕਿ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਅਤੇ ਵਧੀਆ ਬੰਦਾ, ਜਿਵੇਂ ਕਿ ਪੰਜਾਬ ਵਾਲਿਆਂ ਨੂੰ ਹੁਣ ਵੀ ਭੁਲੇਖਾ ਹੈਗਾ ਉਹਦੇ ਬਾਰੇ। ਵੈਸੇ ਤਾਂ ਬਹੁਤੇ ਭੁਲੇਖੇ ਪਿਛਲੇ ਦੂਰ ਕਰਤੇ ਉਹਨੇ। ਕਾਂਗਰਸ ਦਾ ਜੋ ਸੱਤਿਆਨਾਸ਼ ਕੀਤਾ ਪਿਛਲੇ ਸਮੇਂ ਦੇ ਵਿੱਚ, ਬਰਬਾਦ ਕਰਕੇ ਰੱਖ ਦਿੱਤੀ ਹੈ, ਉਦੋਂ ਬਹੁਤ ਲੋਕਾਂ ਦੇ ਭੁਲੇਖੇ ਦੂਰ ਹੋ ਗਏ ਆ। ਫਿਰ ਜਿਹੜੀ ਉਹਦੀ ਮਤਲਬ ਆਪਦਾ ਆਪਣਾ ਕਿਰਦਾਰ ਹੈਗਾ, ਉਹ ਵੀ ਲੋਕਾਂ ਦੇ ਸਾਹਮਣੇ, ਉਹਦੀ ਸਿਸਟਰ ਕੁਛ ਦਿਨ ਤੋਂ ਬੋਲ ਰਹੀ ਸੀਗੀ, ਠੀਕ ਹੈ, ਦੇਖ ਰਹੇ ਤੁਸੀਂ, ਉੱਥੋਂ ਉਹਦਾ ਪਰਿਵਾਰਕ ਕਿਰਦਾਰ ਨੀਵਾਂਪਣ ਸਾਹਮਣੇ ਆਇਆ। ਫਿਰ ਪੁਲਿਸ ਦੇ ਖਿਲਾਫ ਪਿੱਛੇ ਬਕਵਾਸ ਕੀਤੀ ਇਹਨੇ, ਠੀਕ ਹੈ, ਉਹਦਾ ਬਹੁਤ ਵੱਡਾ ਰਿਐਕਸ਼ਨ ਗਿਆ। ਜਿਹੜੇ ਬੰਦਿਆਂ ਦੇ ਸਿਰ 'ਤੇ ਤੁਸੀਂ ਬਣੇ ਹੋਏ ਹੋ, ਜਿਹੜੀ ਤੁਹਾਡੀ ਸਟਰੈਂਥ ਨੇ, ਉਹ ਪੁਲਿਸ ਹੈ। ਜੇ ਪੁਲਿਸ ਨਾ ਹੋਵੇ ਤਾਂ ਇਹਨਾਂ ਨੂੰ ਕੋਈ ਬਾਹਰ ਨਾ ਨਿਕਲ ਦੇਵੇ, ਠੀਕ ਹੈ, ਜੁੱਤੀਆਂ ਮਾਰ ਮਾਰ ਦਾ ਜਲੂਸ ਕੱਢ ਦੇਣ ਲੋਕ। ਤਾਂ ਪੁਲਿਸ ਨੂੰ ਵੀ ਤੁਸੀਂ ਇਸ ਭਾਸ਼ਾ 'ਚ ਬੋਲਦੇ ਆ ਕਿ ਤੁਹਾਡੀਆਂ ਪੈਂਟਾਂ ਦੇ ਪਿਸ਼ਾਬ ਕੱਢ ਦਿੰਦੇ ਆ, ਇਹ ਹੈ ਉਹ ਹੈ। ਤਾਂ ਦੇਖੋ ਮੈਨੂੰ ਲੱਗਦਾ ਕਿ ਮਹਿਕਮਾ ਵੀ ਜਾਗੂਗਾ ਇਸ ਵਾਰ, ਜਾਂ ਹੋਰ ਬਾਕੀ ਮੁਲਾਜ਼ਮ ਵੀ, ਜਿਵੇਂ ਇੱਥੇ ਇੱਕ DO ਸੀਗੀ, ਉਹਨੂੰ ਮੰਤਰੀ ਇਹ ਆਸ਼ੂ ਬੋਲਿਆ ਸੀਗਾ, ਹੋਰ ਵੱਖ-ਵੱਖ ਜਿਹੜਾ ਹੈਗਾ, ਮਤਲਬ ਹਰ ਤਰ੍ਹਾਂ ਦਾ ਮੁਲਾਜ਼ਮ ਜਿਹੜਾ ਇਹਨਾਂ ਤੋਂ ਦੁਖੀ ਹੈ, ਪਰ ਪਤਾ ਨਹੀਂ ਕਿਉਂ ਗੁਲਾਮੀ ਕਰਦਾ, ਪਤਾ ਨਹੀਂ ਕਿਉਂ ਇਹਨਾਂ ਦੇ ਸਿਸਟਮ ਦੇ ਵਿੱਚੋਂ ਨਹੀਂ ਬਾਹਰ ਆਉਂਦਾ। ਪਰ ਇਸ ਵਾਰ ਜਿਹੜਾ ਹੈਗਾ, ਇਹਨਾਂ ਨੇ ਬਹੁਤ ਖੁੱਲ੍ਹ ਕੇ ਕਿਰਦਾਰ ਆਪਣਾ ਵਿਖਾਇਆ। ਕੈਪਟਨ ਅਮਰਿੰਦਰ ਨੇ ਆਪਣਾ ਵਿਖਾਇਆ ਕਿ ਮੈਂ ਕਿੱਡਾ ਘਟੀਆ ਔਰ ਨੀਚ ਆਦਮੀ ਹੈ, ਠੀਕ ਹੈ। ਸਭ ਪੰਜਾਬ ਦੇ ਲੋਕਾਂ ਨੂੰ ਉਹਨੇ 80 ਸਾਲ ਦੀ ਉਮਰ ਵਿੱਚ ਇਸ਼ਕ ਵਿਖਾ ਕੇ ਆਪਣਾ ਬੁਢਾਪੇ ਦੇ ਵਿੱਚ ਉਹ ਵਿਖਾਇਆ। ਇਸ ਤੋਂ ਵੱਧ ਕੀ ਹੋ ਸਕਦਾ ਉਹਦਾ ਭੈੜਾ ਚਿਹਰਾ? ਅਤੇ ਉਵੇਂ ਇਹਨਾਂ ਨੇ ਆਪਣੇ ਵੱਖ-ਵੱਖ, ਨਵਜੋਤ ਸਿੰਘ ਸਿੱਧੂ ਨੇ ਆਪਣੇ ਕਿਰਦਾਰ ਵਿਖਾਏ, ਮੈਂ ਕਰਕੇ, ਅਤੇ ਕਿਸੇ ਗੱਲ 'ਤੇ ਪੂਰਾ ਨਾ ਆਉਣਾ, ਕਿਹੜੇ ਪੰਜਾਬ ਮਾਡਲ ਦੀਆਂ ਗੱਲਾਂ ਕਰਦਾ, ਠੀਕ ਹੈ। ਕਦੇ ਜਿਵੇਂ ਐਲਾਨ ਆਉਂਦੇ ਆ ਉਵੇਂ ਬੋਲਣ ਲੱਗ ਜਾਂਦੇ, ਕਦੇ ਸਕੂਟਰ ਫਰੀ ਬੱਚਿਆਂ ਨੂੰ, ਕਦੇ ਉਹ। ਫਿਰ ਇਹਦੇ 'ਚ ਫਰਕ ਹੀ ਹੈਗਾ। ਹੋਰ ਛੋਟੀਆਂ ਗੱਲਾਂ ਜਿੰਨੀਆਂ ਵੀ ਤੁਸੀਂ ਲਾਓ, ਮਤਲਬ ਸਿਰਫ ਕਾਊਂਟਰ ਕਰਨ ਵਾਸਤੇ। ਔਰ ਇਹਦੀ ਮਾੜੀ ਕਿਸਮਤ ਨੂੰ, ਇਹਨੂੰ ਜਿਹੜਾ CM ਫੇਸ ਬਣਨਾ ਚਾਹੁੰਦਾ ਸੀ, ਉਹ ਵੀ ਇਹਦੇ ਕੋਲੋਂ ਕਹਾਣੀ ਚਲੀ ਗਈ। ਇੱਕ ਸਿੱਧਾ ਕਲੀਅਰ ਕੱਟ ਮੈਸੇਜ ਆ ਗਿਆ, ਜਿਹੜਾ ਚੰਨੀ ਨੂੰ 2 ਜਗ੍ਹਾ 'ਤੇ ਇਲੈਕਸ਼ਨ ਲੜਨ ਦਾ ਪਰਪਸ ਹੁੰਦਾ, ਕਿ ਉਹਨਾਂ ਨੇ ਮਤਲਬ CM ਫੇਸ ਡਿਕਲੇਅਰ ਕਰ ਦਿੱਤਾ ਆਪਣਾ, ਔਰ ਡਿਕਲੇਅਰ ਵੀ ਕਰ ਦੇਣਗੇ। ਅਤੇ ਇਹਦਾ ਨਾ ਘਰ ਦਾ ਨਾ ਘਾਟ ਦਾ, ਨਾ ਇਹਨੇ ਨਿਕਲ ਜੋਗਾ ਰਹਿਣਾ, ਨਾ ਇਹਨੇ ਮਤਲਬ ਉੱਥੇ ਰਹਿਣਾ। ਜਿਹੜੇ ਮਝੈਲ ਹੈ, ਮਾਝੇ ਦੇ ਲੋਕਾਂ ਨੂੰ ਬੜੇ ਮਤਲਬ ਸਾਡੇ ਤੋਂ ਕੋਈ ਅੱਛੀ ਸੋਚ ਰੱਖਣ ਵਾਲੇ, ਦਿਲ ਦੇ ਸਾਫ਼ ਲੋਕ ਗਿਣੇ ਜਾਂਦੇ। ਉਹ 18 ਸਾਲ ਇਹੋ ਜਿਹਾ ਕੋਡ ਢੋਇਆ ਉਹਨਾਂ ਨੇ, ਠੀਕ ਹੈ। ਅਤੇ ਮੈਂ ਆਉਣ ਵਾਲੇ ਸਮੇਂ 'ਚ ਅਪੀਲ ਕਰੂੰਗਾ ਕਿ ਜਿਹੜੇ ਉੱਥੋਂ ਦੇ ਲੋਕ ਹੈ, ਮੇਰਾ ਉੱਥੋਂ ਜਾ ਕੇ ਇਲੈਕਸ਼ਨ ਲੜਨ ਦਾ ਪਰਪਸ ਇਹ ਨਹੀਂ ਕਿ ਮੈਂ ਉੱਥੇ ਵੋਟਾਂ ਲੈਣੀਆਂ। ਲੋਕਾਂ ਨੂੰ ਜਗਾਉਣਾ ਚਾਹੁੰਦੇ ਆ, ਦੱਸਣਾ ਚਾਹੁੰਦੇ ਆ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਹੈਗੇ, ਤੁਸੀਂ ਇੰਨਾ ਲੰਬਾ ਸਮਾਂ ਮੌਕਾ ਦਿੱਤਾ, ਜਿਨ੍ਹਾਂ ਨੇ ਕੋਈ ਆਪਣਾ ਦੱਸਣਯੋਗ ਕੰਮ ਨਹੀਂ ਕੀਤਾ, ਅਤੇ ਬਿਲਕੁਲ ਝੂਠ ਤਫਾਨ ਤੋਂ ਇਲਾਵਾ ਹੋਰ ਕੁਛ ਨਹੀਂ ਕੀਤਾ, ਅਤੇ ਅੱਜ ਫਿਰ ਤੁਹਾਡੇ ਤੋਂ ਵੋਟਾਂ ਮੰਗੀ ਜਾਂਦੇ ਆ। ਤਾਂ ਉਹ ਲੋਕ ਜਿਹੜੇ ਹੈਗੇ ਆ, ਘੱਟੋ ਘੱਟ ਇਹਨਾਂ ਨੂੰ ਆਪਣਾ ਟਿਕਾਣਾ ਸਹੀ ਵਿਖਾਉਣ। ਆਉਣ ਵਾਲੇ ਸਮੇਂ 'ਚ ਵਿਧਾਨ ਸਭਾ 'ਚ ਇਹੋ ਜਿਹੇ ਗੰਦੇ ਚਿਹਰੇ ਜਿਹੜੇ ਹੈਗੇ ਆ, ਉਹੀ ਆ ਜਾਣ। ਨਾ ਆਉਣ ਤਾਂ ਮਤਲਬ ਕੁਛ ਲੋਕ ਜਿਹੜੇ ਆਉਣ ਵਾਲੇ ਸਮੇਂ ਵਿੱਚ ਸਟਰਗਲ ਕਰਨ ਵਰਗੇ, ਸਾਡੇ ਵਰਗੇ ਲੋਕ, ਜਾਂ ਕੋਈ ਹੋਰ ਚੰਗੇ ਬੰਦੇ ਜਿਹੜੇ ਹੈਗੇ ਆ, ਜਿਹੜਾ ਕਿ ਮਤਲਬ ਕੋਸ਼ਿਸ਼ ਪੰਜਾਬ ਦਾ ਭਲਾ ਕਰਨ ਦੀ ਚਾਹੁੰਦੇ ਆ, ਉਹਨਾਂ ਨੂੰ ਮੌਕਾ ਮਿਲੇ। ਅਤੇ ਨਹੀਂ ਤਾਂ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਜੋ ਹਾਲਾਤ ਹੈ ਹੁਣ ਤੱਕ, ਪੰਜਾਬ ਦਾ ਜੋ ਬਰਬਾਦੀ ਆਪਣੇ ਸਾਹਮਣੇ ਹੈ, ਅਤੇ ਉਹ ਇਸ ਕਰਕੇ ਹੋਈ ਹੈ ਕਿ ਇਹਨਾਂ ਦੇ ਹੱਥ ਵਿੱਚ ਸੀ ਹੁਣ ਤੱਕ। ਬਿਕਰਮ ਸਿੰਘ ਮਜੀਠੀਆ 'ਤੇ ਪਰਚਾ ਦਰਜ ਹੋ ਜਾਂਦਾ ਹੈ, ਚੋਣਾਂ ਤੋਂ ਪਹਿਲਾਂ ਹੀ ਪਰਚਾ ਦਰਜ ਕਰ ਦਿੰਦੇ, ਰਾਤੋਂ ਰਾਤ FIR ਦਰਜ ਹੋ ਜਾਂਦੀ ਹੈ। ਫਿਰ ਉਹ ਕਹਿ ਦਿੰਦੇ ਭਗੌੜਾ ਭੱਜ ਗਿਆ, ਨੇੜੇ ਨਹੀਂ ਆ ਰਿਹਾ। ਅਤੇ ਤੁਸੀਂ ਇੰਨੇ ਵੱਡੇ ਮਹਿਕਮੇ 'ਚ ਰਹੇ ਹੋ, ਸੀਨੀਅਰ ਆਫਿਸਰ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਹ ਪਰਚਾ ਸਹੀ ਸੀ, ਇਹ ਗਲਤ ਸੀਗਾ, ਰਾਤੋਂ ਰਾਤ ਜਿਹੜੀ FIR ਦਰਜ ਕਰ ਦੇਣੀ? ਦੇਖੋ ਜੀ, ਮੈਂ ਕਹਿੰਦਾ ਸੀ 4.5 ਸਾਲ ਸਰਕਾਰ, 5 ਸਾਲ ਪੌਣੇ 5 ਸਾਲਾਂ ਦੀ ਸਰਕਾਰ ਰਹੀ ਹੈ ਪਹਿਲਾਂ, ਉਦੋਂ ਕੀ ਦਿੱਕਤ ਸੀ ਪਰਚੇ ਦਰਜ ਕਰਨ ਦੇ ਵਿੱਚ? ਜੇ ਠੀਕ ਜਾਂ ਗਲਤ, ਇਹ ਪਰਚਾ ਭਾਵੇਂ ਠੀਕ ਹੋਵੇ ਪਰ ਤਰੀਕਾ ਗਲਤ ਸੀ,
ਇਹ ਕੋਈ ਤਰੀਕਾ ਨਹੀਂ ਹੁੰਦਾ ਕਿ DGP ਦਾ ਬਿਆਨ ਲਿਖਾਵੇ ਤੇ ਇਹ ਟੋਟਲੀ ਪੋਲੀਟੀਕਲ 100% ਪੋਲੀਟੀਕਲ ਨੂੰ ਕਹੂੰ। ਮੇਰਾ ਕੋਈ ਸੌਫਟ ਕਾਰਨਰ ਨਹੀਂ ਹੈਗਾ ਬਿਕਰਮ ਮਜੀਠੀਆ ਦੇ ਨਾਲ, ਪਰ ਜਿਹੜੀ ਗਲਤ ਹੈ ਉਹ ਗਲਤ ਹੈ, ਠੀਕ ਹੈ। ਜੇ ਤੁਸੀਂ ਉਹ ਕਰਨਾ ਹੀ ਹੈ ਤਾਂ ਪਹਿਲਾਂ ਰਿਪੋਰਟਾਂ ਪਈਆਂ ਹਾਈ ਕੋਰਟ 'ਚ ਪਈਆਂ, ਹਾਈ ਕੋਰਟ ਦਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੋਇਆ ਵਿਕਿਆ ਹੋਇਆ ਸਮਾਨ ਸਾਰਾ ਉੱਤੇ ਬੈਠਾ ਹੈ। ਇਹਨਾਂ ਨੇ ਕੁਛ ਵੀ ਨਹੀਂ ਕਰਨਾ, ਇਹਨਾਂ ਨੇ ਦੁਬਾਰਾ ਫਿਰ ਜਿਵੇਂ ਇਹਨਾਂ ਨੂੰ ਬੈਂਸਾਂ ਵਾਲੀ ਗੱਲ ਕੀਤੀ ਹੈ ਉਵੇਂ ਇਹਨੂੰ ਮਜੀਠੀ ਨੂੰ ਉੱਥੋਂ ਮਿਲ ਗਈ ਫੇਵਰ। ਇਹ ਦੁਕਾਨਾਂ ਹਾਈ ਕੋਰਟ ਦੀਆਂ ਸੁਪਰੀਮ ਕੋਰਟ ਦੀਆਂ ਚੱਲਦੀਆਂ ਇਹਨਾਂ ਦੇ ਸਿਰਾਂ ਦੇ ਉੱਤੇ। ਅਤੇ ਇਸ ਕਰਕੇ ਜਿਹੜਾ ਇਹ ਜਿਹੜਾ ਤੁਸੀਂ ਪਰਚੇ ਦੀ ਗੱਲ ਕੀਤੀ ਹੈ, ਇਹ ਬਿਲਕੁਲ ਗਲਤ ਟਾਈਮ 'ਤੇ ਗਲਤ ਤਰੀਕੇ ਨਾਲ ਦਰਜ ਕੀਤਾ ਹੋਇਆ। ਅਦਰਵਾਈਜ਼ ਤਾਂ ਪਹਿਲਾਂ ਹੀ ਕਿ ਬਹੁਤ ਕੁਛ ਮਟੀਰੀਅਲ ਹੈਗਾ ਜੇ ਮਤਲਬ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕਰ, ਪਰ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਨੀ ਹੀ ਨਹੀਂ ਹੈਗੀ। ਇਹ ਤਾਂ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਡਰਾਮਾ ਕੀਤਾ ਜਾ ਰਿਹਾ। ਅਤੇ ਦੇਖਦੇ ਆਉਣ ਵਾਲੇ ਸਮੇਂ ਵਿੱਚ ਲੋਕ ਸ਼ਾਇਦ ਮੈਂ ਸੋਚਦਾ ਕਿ ਥੋੜ੍ਹੇ ਬਹੁਤ ਜੇ ਜਾਗਣਗੇ ਤਾਂ ਇਸ ਸਮੇਂ ਜਿਹੜੇ ਜਾ ਕੇ ਵੋਟ ਪਾਉਣ ਦਾ ਸਮਾਂ ਹੈਗਾ। ਅਤੇ ਜਿਹੜੀਆਂ ਮਤਲਬ ਹੁਣ ਤੱਕ ਦੀਆਂ ਸਟੈਬਲਿਸ਼ ਜਿਹੜੀਆਂ ਧਿਰਾਂ ਹੈਗੀਆਂ ਇਹਨਾਂ ਨੂੰ ਇਹਨਾਂ ਦਾ ਟਿਕਾਣਾ ਸੇਫ ਹੋਣਾ ਚਾਹੀਦਾ। ਵੈਸਟ ਹਲਕੇ ਤੋਂ ਆਸ਼ੂ ਦੇ ਖਿਲਾਫ ਤੁਸੀਂ ਖੜੇ ਹੋ, ਕਿੱਦਾਂ ਦੀ ਟੱਕਰ ਰਹੂਗੀ ਆਸ਼ੂ ਦੇ ਨਾਲ ਤੁਹਾਡੀ? ਆਸ਼ੂ ਦੇ ਨਾਲ ਦੇਖੋ ਜੀ, ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਵੀ ਇਸ ਭੇੜਾ ਚਿਹਰੇ ਨੂੰ ਜਿਹੜਾ ਹੈਗਾ ਆਪਾਂ ਆਉਣ ਵਾਲੇ ਸਮੇਂ 'ਚ ਵਿਧਾਨ ਸਭਾ ਨਾ ਭੇਜੀਏ। ਮੈਂ ਕੋਈ ਇੱਥੇ ਵੋਟਾਂ ਲੈਣ ਵਾਸਤੇ ਇਲੈਕਸ਼ਨ ਥੋੜ੍ਹਾ ਲੜ ਰਿਹਾ, ਮੈਂ ਦੋਨੋਂ ਜਗ੍ਹਾ 'ਤੇ ਜਿਹੜਾ ਇਲੈਕਸ਼ਨ ਲੜ ਰਿਹਾ ਉਹਦਾ ਪਰਪਸ ਮੇਰਾ ਇਹ ਨਹੀਂ ਹੈਗਾ ਕਿ ਮੈਂ ਉੱਥੇ ਵੋਟ ਲੈਣੀ ਹੈ। ਜੇ ਅੱਜ ਮੈਂ ਵੋਟ ਮੰਗੂੰਗਾ, ਪਹਿਲੀ ਗੱਲ ਤਾਂ ਮੈਨੂੰ ਪਤਾ ਆਪਣੇ ਲੋਕ ਇਹਨੇ ਜਾਗੇ ਨਹੀਂ ਹੋਏ, ਠੀਕ ਹੈ। ਮੇਰੇ ਵਰਗੇ ਬੰਦੇ ਨੂੰ ਕੋਈ ਕਿੰਨੀ ਕੁ ਵੋਟ ਪਾ ਦੇਣਗੇ, ਜੇ ਕੋਈ 5-7-10,000 ਵੋਟ ਪਾ ਵੀ ਦੇਣਗੇ ਮੰਨ ਲਓ, ਉਹਦੇ ਨਾਲ ਇਹਨਾਂ ਦਾ ਬੈਨੀਫਿਟ ਹੁੰਦਾ। ਉਹੀ ਵੋਟ ਜਿਹੜੀ ਹੈਗੀ ਉਹਨਾਂ ਦੇ ਵਿਰੋਧ 'ਚ ਜਿਹੜੀ ਵੋਟ ਉਹੀ ਮੈਨੂੰ ਪਾਊਗੀ ਨਾ। ਤਾਂ ਇਸ ਕਰਕੇ ਮੈਂ ਤਾਂ ਇਹ ਬੇਨਤੀ ਕਰੂੰਗਾ ਵੀ ਸਾਨੂੰ ਵੋਟ ਦੀ ਲੋੜ ਨਹੀਂ ਹੈਗੀ। ਮੈਂ ਤਾਂ ਇਹ ਜਿਹੜਾ ਰਾਹ ਚੁਣਿਆ ਇਸ ਕਰਕੇ ਚੁਣਿਆ ਕਿ ਅਸੀਂ ਆਪਣੀ ਜਿਹੜੀ ਗੱਲ ਲੋਕਾਂ ਦੇ ਸਾਹਮਣੇ ਲੈ ਕੇ ਜਾ ਸਕੀਏ। ਜੇ ਮੈਂ ਕੈਂਡੀਡੇਟ ਦੇ ਤੌਰ 'ਤੇ ਖੜਾ ਨਾ ਹੁੰਦਾ ਤਾਂ ਮੈਨੂੰ ਬੋਲਣ ਵੀ ਨਹੀਂ ਦੇਣਾ ਸੀ, ਕਿਸੇ ਨੇ ਬਾਹਰ ਹੀ ਨਹੀਂ ਨਿਕਲਣਾ ਸੀ ਇਲੈਕਸ਼ਨ ਦੇ ਵਿੱਚ। ਇੰਨੇ ਇਹ ਮਤਲਬ ਸਟਰੋਂਗ ਲੋਕ ਨੇ। ਤਾਂ ਮੈਂ ਇੱਕ ਕੈਂਡੀਡੇਚਰ ਜੋ ਮੈਨੂੰ ਹੈਗਾ ਇਹਦਾ ਬੈਨੀਫਿਟ ਇਸ ਪਿੱਛੇ ਲੈਣਾ ਕਿ ਮਤਲਬ ਇਹ ਲੋਕਾਂ ਤੱਕ ਗੱਲ ਪਹੁੰਚਾਈ ਜਾ ਸਕੇ ਕਿ ਇਹ ਚਿਹਰੇ ਜਿਹੜੇ ਹੈਗੇ ਆ ਇਹਨਾਂ ਤੋਂ ਬਚਿਆ ਜਾਵੇ। ਜਿਵੇਂ ਅੰਮ੍ਰਿਤਸਰ ਵੱਲ ਗੱਲ ਕੀਤੀ, ਇਹੀ ਗੱਲ ਇੱਥੋਂ ਬਾਰੇ ਕਰਾਂਗੇ ਕਿ ਜਿਹੜੇ ਵੀ ਚੰਗਾ ਲੱਗਦਾ ਤੁਹਾਨੂੰ, ਮੈਂ ਨਹੀਂ ਕਿਸੇ ਬਾਰੇ ਵੀ ਕਹਿੰਦਾ ਵੀ ਕਿਹਨੂੰ ਵੋਟ ਪਾਓ, ਮੈਂ ਸਿਰਫ ਇਹਦੇ ਬਾਰੇ ਦੱਸਦਾ ਕਿ ਇਹ ਬੰਦੇ ਨੇ ਆਪਾਂ ਨੂੰ ਕਿੰਨਾ ਆਪਣਾ ਭੈੜਾ ਫੇਸ ਵਿਖਾਇਆ ਹੋਇਆ, ਠੀਕ ਹੈ। ਆ ਜਿਹੜਾ ਰੇਪ ਕੇਸ ਹੈ ਬੈਂਸ ਵਾਲਾ, ਉਹਦੇ ਵਿੱਚ ਰਜਿਸਟਰ ਜੇ ਬੈਂਸ ਨਹੀਂ ਹੋਈ ਸੀ ਹੁਣ ਤੱਕ ਤਾਂ ਇਹਦਾ ਰੋਲ ਸੀ। ਅੱਜ ਵੀ ਮਤਲਬ ਜਿਹੜੀਆਂ ਹੁਣ ਬੈਂਸਾਂ ਨੇ ਸੀਟਾਂ ਵੰਡੀਆਂ ਇੱਥੇ ਸ਼ਹਿਰ ਦੇ ਵਿੱਚ, ਅਤੇ ਇਹਦੇ ਖਿਲਾਫ ਕੋਈ ਬੰਦਾ ਨਹੀਂ ਖੜਾ ਕੀਤਾ, ਬਾਕੀ ਸਾਰੀ ਸੀਟਾਂ 'ਤੇ ਖੜਾ ਕੀਤਾ। ਹਰ ਜਗ੍ਹਾ ਮਤਲਬ ਕੌਂਸਲ ਦੇ ਇਲੈਕਸ਼ਨ ਲੜਦੇ ਆ, ਇਹਦਾ ਭਰਾ ਨਿੰਦਰ ਕਾਲਾ ਇਲੈਕਸ਼ਨ ਲੜਦਾ, ਉਦੋਂ ਉਹਦੇ ਖਿਲਾਫ ਬੰਦੇ ਨਹੀਂ ਹੁੰਦੇ, ਰਲ ਕੇ ਸਾਰਾ ਕੁਛ ਕਰਦੇ ਆ। ਇਹ ਸਪਸ਼ਟ ਹੈ ਸਾਹਮਣੇ। ਤਾਂ ਇਹ ਚਿਹਰੇ ਜਿਹੜੇ ਹੈਗੇ ਲੁਧਿਆਣੇ ਦੇ ਵਿੱਚੋਂ ਜੇ ਬੈਂਸ ਭਰਾ ਅਤੇ ਆਸ਼ੂ ਸਫਾਈ ਹੋ ਜਾਂਦੀ ਹੈ ਤਾਂ ਸਾਡੀ ਜਿੱਤ ਹੈ ਇਹਦੇ ਵਿੱਚ। ਤਾਂ ਮੈਂ ਇਹੀ ਅਪੀਲ ਹੁਣ ਵੀ ਤੁਹਾਡੇ ਸਾਹਮਣੇ ਵੀ ਹਮੇਸ਼ਾ ਇਹੀ ਕਰੂੰਗਾ ਕਿ ਇਹਨਾਂ ਨੂੰ ਹਰਾਇਆ ਜਾਵੇ। ਜਿਹਨੂੰ ਯੋਗ ਸਮਝਦੇ ਆ ਉਸ ਲੋਕ ਨੂੰ, ਭਾਵੇਂ ਕਿਸੇ ਨੂੰ ਅਕਾਲੀਆਂ ਨੂੰ, ਭਾਵੇਂ ਆਪ ਨੂੰ, ਭਾਵੇਂ ਕੋਈ ਹੋਰ ਆਜ਼ਾਦ ਖੜਾ ਚੰਗਾ ਬੰਦਾ, ਜਿਹਨੂੰ ਮਰਜ਼ੀ ਆਪਣੇ ਵਿਵੇਕ ਨਾਲ ਵੋਟ ਪਾਉਣ। ਮੈਨੂੰ ਵੋਟ ਦੀ ਕੋਈ ਲੋੜ ਨਹੀਂ ਹੈਗੀ, ਮੈਂ ਬਿਲਕੁਲ ਵੋਟ ਨਹੀਂ ਮੰਗੂਗਾ। ਮੈਂ ਸਿਰਫ ਇਹ ਚਾਹੂੰਗਾ ਕਿ ਮਤਲਬ ਸਾਡੇ ਲੁਧਿਆਣੇ ਦੀ ਇੱਕ ਪੜ੍ਹੀ ਲਿਖੀ ਕੰਸਟੀਚੁਐਂਸੀ ਨੂੰ ਇਹ ਜਿਹੜੇ ਭੈੜੇ ਔਰ ਕਰੂਪ ਚਿਹਰੇ ਹੈ ਇਹਦੀ ਪ੍ਰਤੀਨਿਧਤਾ ਨਾ ਕਰਨ ਤਾਂ ਇਹ ਸਾਡੇ ਲੋਕਾਂ ਵਾਸਤੇ ਚੰਗੀ ਗੱਲ ਹੈ। ਬੈਂਸਾਂ ਦੀ ਗੱਲ ਕੀਤੀ, ਬੈਂਸ ਭਰਾ ਜਿਹੜੇ ਨੇ ਅਕਾਲੀਆਂ ਦੇ ਖਿਲਾਫ ਵੀ ਬੋਲਦੇ ਆ, BJP ਦੇ ਵੀ ਖਿਲਾਫ ਬੋਲਦੇ ਆ, ਆਮ ਆਦਮੀ ਪਾਰਟੀ ਦੇ ਖਿਲਾਫ ਵੀ ਬੋਲਦੇ, ਖਿਲਾਫਤ ਸਾਰਿਆਂ ਦੀ ਕਰਦੇ ਆ। ਪਰ ਜੇ ਰੇਪ ਕੇਸ ਦੀ ਗੱਲ ਕਰੀਏ ਤਾਂ ਅਰੈਸਟਿੰਗ ਕਿਉਂ ਨਹੀਂ ਕੀਤੀ ਜਾਂਦੀ? ਇਹ 'ਚ ਵਜ੍ਹਾ ਕੀ ਹੈ? ਸਰਕਾਰਾਂ ਮਿਲੀਆਂ ਹੋਈਆਂ ਨਾਲ। ਬਿਲਕੁਲ ਜੀ, ਜਿਹੜਾ ਇੱਕ ਵਾਰੀ MLA ਬਣ ਜਾਂਦਾ ਉਹ ਫਿਰ ਇੱਕ ਵੱਖਰੀ ਜਮਾਤ ਚਲੀ ਜਾਂਦੀ। ਇਹਦੀ ਉਦਾਹਰਨ ਇੱਕ ਤੁਸੀਂ ਆਪ ਵਾਲਿਆਂ ਨੂੰ ਵੇਖ ਲਓ, ਇਹਨਾਂ ਦੇ 20 MLA ਸੀ, ਇਹਨਾਂ ਦੀ ਕੋਈ ਕਾਰਗੁਜ਼ਾਰੀ ਹੈਗੀ ਸੀ 5 ਸਾਲਾਂ 'ਚ? ਫਿਰ ਇੱਕ ਦੂਜੇ ਨੂੰ ਬਚਾਉਂਦੇ ਹੀ ਹੈ ਉਦੋਂ ਬਾਅਦ, ਠੀਕ ਹੈ। ਇਹ ਕੜੀ ਦੇ ਵਿੱਚ ਪਹਿਲਾਂ ਕੈਪਟਨ ਅਮਰਿੰਦਰ ਦੇ ਥਰੂ ਆਸ਼ੂ ਨੇ ਬਚਾਇਆ, ਫਿਰ ਚੰਨੀ ਨੂੰ ਇਹ ਚੰਗਾ ਮੋਟਾ ਪੈਸਾ ਦੇ ਕੇ ਆਏ ਆ, ਫਿਰ BJP ਤੱਕ ਵੀ ਇਹਨਾਂ ਦੀ ਅਪਰੋਚ ਹੈਗੀ ਹੈ। ਹੁਣ ਮਤਲਬ ਜਿਹੜੀ ਸੁਪਰੀਮ ਕੋਰਟ ਨੂੰ ਵੀ ਇਹਨਾਂ ਨੇ ਖਰੀਦ ਕੇ ਆਪਣੀ ਆ 2 ਦਿਨਾਂ ਦੀ ਰਿਲੀਫ ਲਈ ਹੈ, ਕਿਉਂਕਿ ਇਹਨਾਂ 2 ਦਿਨਾਂ ਦੇ ਵਿੱਚ ਹੀ ਇਲੈਕਸ਼ਨ ਲੜਨ ਵਾਸਤੇ ਇਹਨੂੰ ਲੋੜ ਸੀ ਉਹਦੀ, ਠੀਕ ਹੈ। ਉਹ 2 ਦਿਨ ਦੀ ਜਿਹੜੀ ਕਿੰਨੀ ਫੀਸ ਭਰੀ ਹੋਊਗੀ ਤਾਂ ਰੱਬ ਜਾਣਦਾ, ਠੀਕ ਹੈ। ਪਰ ਇਹਨਾਂ ਵੀ ਐਵੇਂ ਸੁੱਕਾ ਸਮਾਨ ਨਹੀਂ ਹੁੰਦਾ। ਇਹਨਾਂ ਨੇ ਮਤਲਬ ਸੈਂਕੜੇ ਕਰੋੜ ਰੁਪਏ ਇਹਨਾਂ ਚੀਜ਼ਾਂ 'ਚ ਸੰਘਰਸ਼ 'ਚ ਬਰਬਾਦ ਹੋਏ, ਪਰ ਇੱਥੋਂ ਹੀ ਕਮਾਏ, ਲੋਕਾਂ ਨੂੰ ਲੁੱਟ ਕੇ ਬਣਾਏ, ਠੀਕ ਹੈ। ਕੀ ਸੀ ਇਹਨਾਂ ਕੋਲ ਅੱਜ ਤੋਂ ਮਤਲਬ ਜੇ 25 ਸਾਲ ਪਿੱਛੇ ਜਾਈਏ ਤਾਂ ਬਿਲਕੁਲ ਕੁਛ ਵੀ ਨਹੀਂ, ਜ਼ੀਰੋ 'ਤੇ ਸੀਗੇ, ਅਤੇ ਅੱਜ 18 ਕਰੋੜ ਤਾਂ ਵਿਖਾਉਂਦੇ ਆ ਅਤੇ ਮਾਲਕ ਹੈਗੇ ਆ ਹਜ਼ਾਰਾਂ ਕਰੋੜਾਂ ਦੇ। ਤਾਂ ਇਸ ਕਰਕੇ ਜਿਹੜਾ ਇਹ ਹੈਗਾ ਹਾਲਾਤ ਜੋ ਬਣੇ ਆ ਲੋਕਾਂ ਦੀਆਂ ਅਣਗਹਿਲੀਆਂ ਨਾਲ ਬਣੇ, ਮਾੜੇ ਬੰਦੇ ਜਿਹੜੇ ਹੈਗੇ ਸੀ ਚੁਣਦੇ ਰਹੇ ਆ। ਮੈਂ ਇਹ ਵੀ ਕਹਿੰਦਾ ਹੁੰਦਾ ਕਿ ਮਤਲਬ ਆਪਾਂ ਲੀਡਰਾਂ ਨੂੰ ਵੀ ਮਾੜੇ ਕਹਿ ਦਿੰਦੇ ਹਾਂ, ਅਸੀਂ ਚੁਣਨ ਵਾਲੇ ਖੁਦ ਹੈਗੇ ਹਾਂ। ਅਸੀਂ ਜਾਗੀਏ, ਅਸੀਂ ਆਪਣਾ ਬੇੜਾ ਆਪ ਵੀ ਗਰਕ ਕੀਤਾ। ਜਿੰਨਾ ਚਿਰ ਅਸੀਂ ਆਪ ਨਹੀਂ ਜਾਗਦੇ, 5 ਸਾਲ ਬਾਅਦ ਸਾਨੂੰ ਟਾਈਮ ਮਿਲਦਾ, ਵਾਰੀ ਆਉਂਦੀ ਹੈ। ਤਾਂ ਹਾਂ ਹੁਣ ਇਸ ਵਾਰੀ ਮੌਕਾ ਆਇਆ ਹੋਇਆ, ਇਸ ਵਾਰ ਥੋੜ੍ਹੀ ਜਿਹੀ ਜਾਗ ਵਿਖਾਉਣ ਲੋਕ। ਫਿਰ ਇਕੱਲਾ ਬਲਵਿੰਦਰ ਸਿੰਘ ਉਹ ਨਹੀਂ, ਮੇਰੇ ਵਰਗੇ ਕੁਛ ਹੋਰ ਲੋਕ ਵੀ ਉੱਠ ਖੜਨਗੇ ਜੇ ਲੋਕਾਂ ਦੇ ਵਿੱਚ ਕੋਈ ਜਾਗਰੂਕਤਾ ਦੀ ਭਾਵਨਾ ਦਿਖਾਈ ਦਿੱਤੀ ਤਾਂ। ਅਤੇ ਜੇ ਸੁੱਤੇ ਹੀ ਦਿਸੇ, ਜੇ ਉਹ ਕੁਛ ਹੀ ਕੀਤਾ ਜੋ ਪਹਿਲਾਂ ਵਾਲਾ ਕੀਤਾ, ਅਤੇ ਫਿਰ ਮਤਲਬ ਸਾਡੇ ਵਰਗੇ ਵੀ ਕਹਿਣਗੇ ਵੀ ਅਸੀਂ ਕੀ ਲੈਣਾ ਇਸ ਗੱਲ ਤੋਂ। ਆਫਟਰ ਆਲ ਮੇਰੀ ਕੋਈ ਬ੍ਰੈਡ ਐਂਡ ਬਟਰ ਤਾਂ ਹੈ ਨਹੀਂ, ਮੈਂ ਕੋਈ ਪੋਲੀਟੀਸ਼ੀਅਨ ਨਹੀਂ ਹੈਗਾ, ਠੀਕ ਹੈ। ਨਾ ਮੇਰਾ ਇਹਦੇ ਨਾਲ ਕੋਈ ਗੁਜ਼ਾਰਾ ਕਿ ਮੇਰਾ, ਠੀਕ ਹੈ। ਜੇ ਅੱਜ ਕੱਲ੍ਹ ਨੂੰ ਕੋਈ ਮੌਕਾ ਵੀ ਮਿਲੂਗਾ ਤਾਂ ਅਸੀਂ ਕੋਈ ਇਹੋ ਜਿਹਾ ਹੈ ਨਹੀਂ ਵੀ ਅਸੀਂ ਕੋਈ ਪ੍ਰਾਪਰਟੀਆਂ ਬਣਾਉਣੀਆਂ ਜਾਂ ਅਸੀਂ ਕੋਈ ਬਿਜ਼ਨਸ ਕਰਨੇ। ਅਸੀਂ ਤਾਂ ਜੇ ਹੋ ਸਕਿਆ ਤਾਂ ਲੋਕਾਂ ਦਾ ਭਲਾ ਕਰਨ ਦੀ ਕੋਸ਼ਿਸ਼ ਕਰਾਂਗੇ ਆਪਦੀ ਸਮਰੱਥਾ ਦੇ ਮੁਤਾਬਕ। ਇਸ ਕਰਕੇ ਲੋਕਾਂ ਨੂੰ ਚਾਹੀਦਾ ਕਿ ਇਸ ਸਮੇਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਤੋੜਨ ਜਿਹੜੀਆਂ ਰਵਾਇਤੀ ਹੁਣ ਤੱਕ ਸੀ। ਚੰਗੇ ਬੰਦੇ ਜੇ ਆਪਾਂ ਚੁਣ ਸਕੀਏ ਤਾਂ ਚੰਗੇ ਬੰਦਿਆਂ ਦੀ ਕੋਈ ਕਮੀ ਨਹੀਂ ਹੈਗੀ, ਸਭ ਕੁਛ ਹੈਗਾ, ਪਰ ਲੋਕਾਂ ਨੂੰ ਜਾਗਣ ਦੀ ਲੋੜ ਹੈ। ਜਦੋਂ ਕਾਂਗਰਸ ਦੇ ਵਿੱਚ ਚਰਨਜੀਤ ਚੰਨੀ ਆਏ ਹੈ
ਤੇ ਸੰਵਿਧਾਨ ਸਭਾ ਦੇ ਵਿੱਚ 2022 ਦੇ ਵਿੱਚ ਕਾਫੀ ਲੋਕਾਂ ਦੀਆਂ ਟਿਕਟਾਂ ਕੱਟਤੀਆਂ, ਬਾਗੀ ਹੋ ਗਈ। ਗੁਰਪ੍ਰੀਤ ਗੋਗੀ ਦੁਖੀ ਹੋਏ ਸੀਗੇ, ਕਹਿੰਦੇ ਮੈਂ ਆਸ਼ੂ ਦੇ ਬੜੇ ਇਲਜ਼ਾਮ ਲਾਏ ਉਹਨਾਂ ਨੇ। ਕੇ ਬਾਵਾ ਵੀ ਤੁਹਾਡੇ ਗੁਆਂਢ 'ਚ ਹੀ ਨੇ, ਉਹ ਵੀ ਆਜ਼ਾਦ ਖੜ੍ਹ ਗਏ ਤੇ ਕਾਫੀ ਜਿਹੜੇ ਲੋਕ ਸੀ ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ ਤੇ ਆਸ਼ੂ ਦੇ ਖਿਲਾਫ ਇਹ ਸਾਰੇ ਬੰਦੇ ਖੜ੍ਹ ਗਏ ਇੱਥੋਂ ਦੀ। ਦੇਖੋ, ਆਸ਼ੂ ਦੇ ਖਿਲਾਫ ਖੜੇ ਹੋਣਾ ਇੱਕ ਅਲੱਗ ਚੀਜ਼ ਆ। ਦੇਖੋ, ਬਾਬਾ ਸਾਹਿਬ ਨੂੰ ਉਹ ਤਾਂ ਇੱਥੋਂ ਦੇ ਕਲੇਮੈਂਟ ਹੀ ਨਹੀਂ ਸੀਗੇ, ਉਹ ਤਾਂ ਵੋਟ ਮੰਗਦੇ ਸੀ, ਉਹ ਤਾਂ ਟਿਕਟ ਮੰਗਦੇ ਸੀ ਸਾਊਥ ਤੋਂ ਜਾਂ ਆਤਮ ਨਗਰ ਤੋਂ। ਤਾਂ ਉਹਨਾਂ ਦਾ ਆਪਣਾ ਪਰਸਨਲ ਹੋਊਗਾ ਉਹ ਕਿਉਂ ਖੜੇ ਹੋਏ ਆ, ਠੀਕ ਹੈ। ਪਰ ਇੰਨਾ ਵੀ ਜੇ ਖੜੇ ਹੋਏ ਤਾਂ ਚੰਗੀ ਗੱਲ ਹੈ, ਇਹਦੀ ਵੋਟ ਹੀ ਤੋੜਨਗੇ ਉਹ। ਮਤਲਬ ਮੈਂ ਤਾਂ ਸਵਾਗਤ ਹੀ ਕਰਦਾ ਇਸ ਗੱਲ ਨੂੰ। ਜਿਹੜਾ ਬੰਦਾ ਇਹਦੀ ਵੋਟ ਤੋੜਦਾ, ਹੁਣ ਮੈਂ ਇਹਦੀ ਵੋਟ ਜਿਹੜੀ ਤੋੜਦਾ, ਉਹ ਆਲਰੇਡੀ ਉਹ ਵੋਟ ਹੈ ਜਿਹੜੀ ਇਹਨੂੰ ਵੋਟ ਪੈਣੀ ਨਹੀਂ ਹੈ, ਅਤੇ ਇਸ ਕਰਕੇ ਮੈਂ ਉਹ ਵੋਟ ਜੇ ਮੰਗੂਗਾ ਤਾਂ ਕੋਈ ਫਾਇਦਾ ਨਹੀਂ ਮੈਨੂੰ ਵੋਟ ਪੈਣ ਦਾ। ਉਹ ਜਿਹੜੀ ਵੋਟ ਤੋੜਦੇ ਆ ਉਹ ਕਾਂਗਰਸ ਦੀ ਵੋਟ ਤੋੜਦੇ ਆ। ਅਤੇ ਇਸ ਕਰਕੇ ਬਾਬਾ ਸਾਹਿਬ ਦਾ ਖੜੇ ਹੋਣਾ ਜਿਹੜਾ ਹੈਗਾ ਉਹ ਵੀ ਇਹਨੂੰ ਡੈਮੇਜਿੰਗ ਹੋਊਗਾ। ਅਤੇ ਮੇਰਾ ਖੜੇ ਹੋਣਾ, ਮੈਂ ਤਾਂ ਤੁਹਾਨੂੰ ਦੱਸ ਹੀ ਰਿਹਾ, ਮੈਂ ਤਾਂ ਵੋਟ ਮੰਗਦਾ ਹੀ ਨਹੀਂ ਹੈਗਾ। ਮੈਂ ਤਾਂ ਕਹਿੰਦਾ ਮੈਨੂੰ ਇੱਕ ਵੋਟ ਵੀ ਪਾ ਕੇ ਖਰਾਬ ਨਾ ਕਰਿਆ ਜੀ, ਮੈਨੂੰ ਤਾਂ ਖਾਲੀ ਚਾਹੀਦਾ। ਮੈਂ ਤਾਂ ਆਪਣੀ ਵੋਟ ਵੀ ਨਹੀਂ ਆਪ ਨੂੰ ਪਾਉਣੀ, ਠੀਕ ਹੈ। ਮੈਂ ਤਾਂ ਆਪ ਹੀ ਕਿਸੇ ਨੂੰ ਜੋ ਮੈਨੂੰ ਚੰਗਾ ਲੱਗੂ ਉਹਨੂੰ ਪਾ ਦੂੰਗਾ, ਠੀਕ ਹੈ। ਕਿਹਨੂੰ ਪਾ ਦੋਗੇ ਆਪਣੀ ਵੋਟ, ਕਿਹਨੂੰ ਪਾ ਦੇਖ ਲਾਂਗੇ, ਅਜੇ ਟਾਈਮ ਹੈਗਾ, ਅਜੇ ਵਿਚਾਰਨ ਵਾਸਤੇ ਵਕਤ ਹੈਗਾ, ਠੀਕ ਹੈ। ਮਤਲਬ ਅੱਜ ਦੀ ਡੇਟ ਮੈਂ ਗੱਲ ਕਰਦਾ ਵੀ ਜੇ ਕੋਈ ਮੈਨੂੰ ਨਹੀਂ ਹੋਊਗਾ ਤਾਂ ਫਿਰ ਮੈਂ ਆਪਦੇ ਆਪ ਨੂੰ ਤਾਂ ਠੀਕ ਸਮਝ ਕੇ ਇਲੈਕਸ਼ਨ ਲੜ ਰਿਹਾ, ਉਹ ਤਾਂ ਚਲੋ ਬਾਅਦ ਦੀ ਗੱਲ ਹੁੰਦੀ। ਪਰ ਮੈਂ ਪਰਪਸ ਮੇਰਾ ਕਹਿਣ ਦਾ ਵੀ ਵੋਟਿੰਗ ਨਾਲ ਇਸ ਚੀਜ਼ ਦਾ ਕੋਈ ਕੰਸਰਨ ਨਹੀਂ ਹੈਗਾ। ਲੋਕ ਵੀ ਜਾ ਕੇ ਵੋਟ ਪਾਉਣ, ਇਹਨੂੰ ਹਰਾਉਣ ਸਭ ਤੋਂ ਵੱਡੀ ਗੱਲ ਹੈ। ਇਹੋ ਜਿਹੇ ਬੰਦੇ ਜਿਹੜੇ ਆਉਣ ਵਾਲੀ ਵਿਧਾਨ ਸਭਾ ਵਿੱਚ ਨਹੀਂ ਜਾਣੇ ਚਾਹੀਦੇ। ਤੇ ਵੱਡੇ ਵੱਡੇ ਐਲਾਨ ਕਰਤੇ ਚੰਨੀ ਨੇ, 36,000 ਮੁਲਾਜ਼ਮ, ਰੇਤਾ ਕਹਿਤਾ 5.5 ਰੁਪਏ ਫੁੱਟ ਦੇਤੀ, ਕੇਬਲ ਮਾਫੀਆ ਉੱਧਰੋਂ ਕਹਿ ਕੇ ਸਟੇਜ 'ਤੇ ਬਹਿੰਦੇ ਆ ਅਤੇ ਉੱਤੋਂ ਨਵਜੋਤ ਸਿੰਘ ਸਿੱਧੂ ਆਉਂਦੇ ਆ, ਸਾਰਾ ਕੀਤੇ ਤੇ ਕਿਰਾਏ 'ਤੇ ਪਾਣੀ ਫੇਰ ਕੇ ਚੱਲ ਜਾਂਦੇ। ਦੇਖੋ ਜੀ, ਝੂਠ ਮਾਰਦੇ ਕੋਈ ਟੈਕਸ ਲੱਗਦਾ, ਪਹਿਲੀ ਗੱਲ ਤਾਂ ਜੋ ਮਰਜ਼ੀ ਬੋਲੋ, ਠੀਕ ਹੈ। ਅਤੇ ਦੂਜੀ ਗੱਲ ਇਹ ਹੈ ਕਿ ਜੇ ਕੋਈ ਕ੍ਰੈਡੀਬਿਲਿਟੀ ਹੋਵੇ ਜਾਂ ਇਹਨਾਂ ਦੀ ਕੋਈ ਲਾਇਬਿਲਿਟੀ ਹੋਵੇ, ਕੱਲ੍ਹ ਨੂੰ ਕੋਈ ਪੁੱਛਣ ਵਾਲਾ ਹੋਵੇ, ਫਿਰ ਤਾਂ ਇਹ ਡਰਨ ਬੋਲਣ ਵੀ ਕੱਲ੍ਹ ਨੂੰ ਕਿਸੇ ਨੇ ਪੁੱਛਣਾ ਵੀ ਹੈਗਾ। ਹੁਣ ਮੈਂ ਇੱਕ ਦੋ ਥਾਵਾਂ 'ਤੇ ਵੇਖ ਰਿਹਾ ਸੀ, ਮਨਪ੍ਰੀਤ ਬਾਦਲ ਨੂੰ ਕੋਈ ਬੜਾ ਬੰਦਾ ਜੈਂਟਲੀ ਕੁਐਸਚਨ ਕਰ ਰਿਹਾ ਸੀਗਾ ਅਤੇ ਉਹਦੇ ਗਲ ਪੈ ਰਹੇ ਹੈ। ਇਵੇਂ ਮੁਹੰਮਦ ਮੁਸਤਫਾ ਸਾਹਿਬ ਨੂੰ ਕੋਈ ਕੁਐਸਚਨ ਜੈਂਟਲੀ ਕਰ ਰਿਹਾ ਸੀ ਬੰਦਾ, ਇਹ ਗੱਲ ਪੈ ਰਿਹਾ ਅੱਗੋਂ ਉਹਨਾਂ ਦੇ। ਇਹ ਕੋਈ ਤਰੀਕਾ ਥੋੜ੍ਹਾ ਹੈਗਾ। ਜੇ ਤੁਸੀਂ ਪਬਲਿਕ ਦੇ ਨੁਮਾਇੰਦੇ ਕਹਿੰਦੇ ਹੋ, ਜੇ ਕੋਈ ਤੁਹਾਨੂੰ ਕੁਐਸਚਨ ਕਰਦਾ ਉਦੋਂ ਤੁਹਾਡੀ ਬੱਸ ਹੋ ਜਾਂਦੀ ਹੈ। ਮੈਂ ਤਾਂ ਇਹਨਾਂ ਨੂੰ ਆਫਰ ਕਰਦਾ, ਇਹਨੂੰ ਆਪਣੇ ਨੂੰ ਆਸ਼ੂ ਨੂੰ, ਜਿਹੜੇ ਮਰਜ਼ੀ ਪਬਲਿਕ ਪਲੇਟਫਾਰਮ 'ਤੇ ਆਵੇ, ਜਰਾ ਮੇਰੇ ਨਾਲ ਕਰੇਗਾ ਗੱਲ। ਇਵੇਂ ਨਵਜੋਤ ਸਿੱਧੂ ਨੂੰ ਕਹਿੰਦਾ ਜਿੱਥੇ ਮਰਜ਼ੀ ਕਿਹੜੇ ਪਬਲਿਕ ਪਲੇਟਫਾਰਮ 'ਤੇ ਆ ਜਾਵੇ, ਮੈਂ ਐਸੇ ਇਹਨਾਂ ਦੇ ਕੱਪੜੇ ਲਾ ਕੇ ਵਿਖਾਊਂਗਾ ਦੁਨੀਆ ਨੂੰ, ਜਿਹੜੀ ਯਾਦ ਰੱਖਣਗੇ। ਵੈਸੇ ਤਾਂ ਵੈਸੇ ਵੀ ਲਾਊਂਗਾ, ਪਰ ਜੇ ਸਾਹਮਣੇ ਖੜੇ ਹੋਣ ਤਾਂ ਉਹਦਾ ਨਜ਼ਾਰਾ ਵੱਖਰਾ ਹੁੰਦਾ। ਤਾਂ ਮੈਂ ਇੱਕ ਚੈਲੰਜ ਹੈ ਮੇਰੇ ਵੱਲੋਂ ਵੀ ਜੇ ਇਹਨਾਂ 'ਚ ਹਿੰਮਤ ਹੈਗੀ ਹੈ ਤਾਂ ਫੇਸ ਕਰਨ ਮੈਨੂੰ ਕਿਤੇ ਵੀ ਪਬਲਿਕ ਪਲੇਸ 'ਤੇ। ਇਹ ਆਸ਼ੂ ਹੈ, ਇਹ ਜਦੋਂ ਮਰਜ਼ੀ ਮੈਨੂੰ ਕਹੇ, ਮੈਂ ਬਿਲਕੁਲ ਸਾਰੇ ਕੰਮ ਛੱਡ ਕੇ, ਅਤੇ ਇਵੇਂ ਨਵਜੋਤ ਸਿੰਘ ਸਿੱਧੂ ਹੈ, ਕਿਤੇ ਆਹਮਣੇ ਸਾਹਮਣੇ ਹੋਣ, ਫਿਰ ਮੈਂ ਦੱਸਾਂ ਲੋਕਾਂ ਨੂੰ ਇਹ ਚੀਜ਼ ਕੀ ਨੇ ਅਸਲ ਵਿੱਚ। ਚੋਣਾਂ ਦੇ ਵਿੱਚ ਕਾਂਗਰਸ ਨੂੰ ਕਿੰਨੀਆਂ ਕੁ ਸੀਟਾਂ ਆ ਜਾਣਗੀਆਂ ਤੁਹਾਡੇ ਹਿਸਾਬ ਦੇ ਨਾਲ? ਦੇਖੋ ਜੀ, ਇਹਨਾਂ ਦਾ ਸਾਰਿਆਂ ਦਾ ਬੜਾ ਬੇੜਾ ਗਰਕ ਹੋਇਆ ਹੋਇਆ। ਕਾਂਗਰਸ ਦੀ ਪੋਜੀਸ਼ਨ ਕਾਫੀ ਅੱਛੀ ਸੀ ਅੱਜ ਤੋਂ 6-7 ਮਹੀਨੇ ਪਹਿਲਾਂ, ਇੱਕ ਸਰਕਾਰ ਬਣਾਉਣ ਦੀ ਇਹ ਸਭ ਨੇ ਵੀ ਵੇਖ ਰਹੇ ਸੀਗੇ। ਪਰ ਜਦੋਂ ਤੋਂ ਉਸ ਹਾਈ ਕੋਰਟ ਨੇ ਜਿਹੜਾ ਬੇਅਦਬੀਆਂ ਦੇ ਮਾਮਲੇ ਵਿੱਚ ਜਿਹੜਾ ਕੇਸ ਖਤਮ ਕੀਤਾ, ਜਿਹਦੇ 'ਚ ਉਹਨੇ ਉਦੋਂ ਬਾਅਦ ਰਿਜ਼ਾਈਨ ਕੀਤਾ, ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਐਪੀਸੋਡ ਚੱਲਿਆ, ਉਹਦੇ ਵਿੱਚ ਦੋਨਾਂ ਪਾਰਟੀਆਂ ਦਾ ਹੀ ਬੇੜਾ ਗਰਕ ਹੋਣਾ ਸ਼ੁਰੂ ਹੋ ਗਿਆ। ਪਰ ਉਸ ਤੋਂ ਬਾਅਦ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਹੋਇਆ ਕਾਂਗਰਸ ਦਾ, ਕਿਉਂਕਿ ਕਾਂਗਰਸ ਦੀ ਸਰਕਾਰ ਸੀਗੀ। ਉਸ ਤੋਂ ਬਾਅਦ ਕੈਪਟਨ ਬਾਹਰ ਚਲਾ ਗਿਆ, ਨਵਜੋਤ ਸਿੰਘ ਸਿੱਧੂ ਦੀ ਜਿਹੜੀ ਈਗੋ ਸੀ ਉਹਨੇ ਮਤਲਬ ਸਾਰੀ ਪਾਰਟੀ ਨੂੰ ਬਰਬਾਦ ਕਰਕੇ ਰੱਖ ਦਿੱਤਾ। ਕਾਂਗਰਸ ਪਾਰਟੀ ਅੱਜ ਤੋਂ 5-4 ਮਹੀਨੇ ਬਹੁਤ ਅੱਛੀ ਪੋਜੀਸ਼ਨ ਵਿੱਚ ਸੀ, ਪਰ ਅੱਜ ਉਹ ਤੀਜੇ ਨੰਬਰ 'ਤੇ ਚਲੀ ਗਈ ਹੈ। ਹੁਣ ਅੰਡਰ ਕਰੰਟ ਜੇ ਵੇਖੀਏ ਜਾਂ ਹਾਲਾਤ ਲੋਕਾਂ ਦਾ ਰੁਝਾਨ ਵੇਖੀਏ ਤਾਂ ਲੋਕ ਆਪ ਵੀ ਨਹੀਂ ਝੱਕਦੇ, ਠੀਕ ਹੈ। ਕਿਉਂਕਿ ਲੈਸਰ ਈਵਲ ਹੈ, ਮੈਂ ਕਹਿੰਦਾ ਹੁੰਦਾ ਘੱਟ ਮਾੜੇ। ਜਦੋਂ ਆਪਾਂ ਨੂੰ ਚੁਣਨ ਵਾਸਤੇ ਹੈ ਹੀ ਸਾਰੇ ਮਾੜੇ। ਕਿਸਾਨ ਅੰਦੋਲਨ ਤੋਂ ਅਸੀਂ ਉਮੀਦ ਰੱਖਦੇ ਸੀ ਵੀ ਕੁਛ ਆਊਗਾ, ਉੱਥੇ ਵੀ ਵਿਕਿਆ ਹੋਇਆ ਸਮਾਨ ਆ ਗਿਆ ਸਾਰਾ, ਠੀਕ ਹੈ। ਇੱਥੇ ਉਤਰਨ ਬਾਬਾ ਜੈਨ ਜਿਹੜਾ ਖੜਾ ਕੀਤਾ ਕਿਸਾਨਾਂ ਨੇ, ਠੀਕ ਹੈ, ਉਹਦੇ ਥਰੂ ਸਾਰੀ ਫੰਡਿੰਗ ਹੋਈ ਹੈ ਅਤੇ ਉਹਨੇ ਖਤਮ ਕਰਕੇ ਰੱਖਤਾ। 40 ਸੀਟਾਂ ਸ਼ਹਿਰਾਂ ਦੀਆਂ ਤਾਂ ਉਹਦੇ ਕਹਿਣ 'ਤੇ ਦਿੱਤੀਆਂ ਗਈਆਂ। ਜਿੱਦਾਂ ਆਸ਼ੂ ਦੇ ਖਿਲਾਫ ਉਹ ਲੜ ਰਿਹਾ, ਦੱਸੋ ਉਹਦਾ ਕੀ ਬੇਸ ਹੈਗਾ ਉਹ, ਠੀਕ ਹੈ। ਇੱਕ ਜੈਨ ਕਮਿਊਨਿਟੀ ਦੀ ਜੇ ਵੋਟ ਲੈ ਵੀ ਜਾਂਦਾ ਤਾਂ ਉਹ ਵੋਟ ਤਾਂ ਆਲਰੇਡੀ ਨਹੀਂ ਇਹਨੂੰ ਆਸ਼ੂ ਨੂੰ ਪੈਣੀ ਸੀ, ਉਹਦੀ ਹੈਲਪ ਹੀ ਕਰੂਗਾ ਉਹ। ਤਾਂ ਉਸ ਸਿਸਟਮ ਕਿਸਾਨ ਅੰਦੋਲਨ ਦੀ ਗੱਲ ਮੈਂ ਕਰਦਾ ਸੀ ਵੀ ਇਹੋ ਜਿਹੇ ਬੰਦਿਆਂ ਨੇ ਤਾਰਪੋਡੋ ਕਰਕੇ ਇਹਦੇ ਮਗਰ RSS BJP ਨੇ ਖੜੀ ਹੋ ਕੇ ਉਹ ਬਰਬਾਦ ਕਰ ਦਿੱਤਾ। ਉਹ ਚਾਹੇ ਰਾਜੇਵਾਲ ਵਰਗੇ ਵਿਕਾਊ ਚਿਹਰੇ ਰਹਿ ਗਏ ਸੀਗੇ ਅਤੇ ਉਹਨਾਂ ਨੂੰ ਕਿਸੇ ਨੇ ਮੂੰਹ ਲਾਉਣਾ ਨਹੀਂ ਇਹਨਾਂ ਦੇ ਵਿੱਚ। ਅਤੇ ਇਸ ਕਰਕੇ ਰਹਿ ਕੀ ਗਿਆ ਆਪ, ਉਹ ਫਿਰ ਲੈਸਰ ਈਵਲ ਦੀ ਗੱਲ ਕਰਦੇ ਆਪਾਂ ਵੀ ਘੱਟ ਮਾੜਾ ਕੌਣ ਹੈ। ਉਹ ਘੱਟ ਮਾੜੇ ਆਪ ਦਿਖਾਈ ਦਿੰਦੇ, ਕਿਉਂਕਿ ਇਹਨਾਂ ਦੇ 20 MLA ਦੀ ਜਿਹੜੀ ਕਾਰਗੁਜ਼ਾਰੀ ਉਹੀ ਇਹਨਾਂ ਦੀ ਨੈਗੇਟਿਵਿਟੀ ਹੈ। ਅਤੇ ਦੂਸਰੇ ਜਿਹੜੇ ਇਹਨਾਂ ਨੇ ਹੁਣ ਕੈਂਡੀਡੇਟ ਲਏ ਦੂਜੀਆਂ ਪਾਰਟੀਆਂ 'ਚੋਂ ਅਤੇ ਟਿਕਟਾਂ ਵੇਚੀਆਂ ਆਪਣੀਆਂ, ਦੂਜੀ ਇਹ ਹੈ। ਅਤੇ ਅਦਰਵਾਈਜ਼ ਬਾਕੀ ਹੋਊਗਾ ਜਦੋਂ ਇਹਨੂੰ ਮੌਕਾ ਮਿਲ ਗਿਆ, ਜੇ ਮੰਨ ਲਓ ਇਹ ਸਰਕਾਰ ਇਹਨਾਂ ਦੀ ਬਣ ਜਾਂਦੀ ਹੈ, ਅਤੇ ਲੱਗਦਾ ਤਾਂ ਮੈਨੂੰ ਇਹ ਕਿ ਇਹਨਾਂ ਨੂੰ ਚੰਗੇ ਸਾਬਤ ਕਰ ਦੇਣਗੇ ਇਹ ਆਪ ਵਾਲੇ ਵੀ, ਜੋ ਹਾਲਾਤ ਹੈ, ਜੋ ਉਹਨਾਂ ਦੀ ਜਿੰਨੀ ਕੁ ਇਨਫੋਰਮੇਸ਼ਨ ਅਸੀਂ ਜਾਣਦੇ ਹਾਂ। ਪਰ ਅਸੀਂ ਫਿਰ ਵੀ ਕਹਿੰਦੇ ਹਾਂ ਵੀ ਇੱਕ ਵਾਰੀ ਚੀਜ਼ ਤਾਂ ਕੋਈ ਨਵੀਂ ਆਵੇ ਨਾ। ਜੇ ਆਪਾਂ ਮੁਰਦਾ ਢੋਨੇ ਆ, ਠੀਕ ਹੈ, ਤਾਂ ਲਾਸ਼ ਜਿਹੜੀ ਹੁੰਦੀ ਉਹ ਮਤਲਬ ਹਰ ਵਾਰ ਮਤਲਬ ਭਾਰੀ ਜਿਹੜੀ ਹੁੰਦੀ ਜਾਵੇ ਤਾਂ ਔਖਾ ਹੀ ਹੈ ਨਾ। ਤਾਂ ਉਸ ਕਰਕੇ ਕੋਈ ਹਲਕੀ ਲਾਸ਼ ਹੀ ਮਿਲ ਜਾਵੇ। ਇਹ ਪੁਰਾਣੀਆਂ ਲਾਸ਼ਾਂ ਨੂੰ ਬਚਾ ਕੇ ਕੋਈ ਹੌਲੀ ਜਿਹੜੀ ਹੈਗੀ ਹੈ, ਕੋਈ 2-4-6 ਮਹੀਨੇ ਸਾਲ ਪੰਜਾਬ ਦੇ ਲੋਕ ਜਿਹੜੇ ਹੈਗੇ ਆ, ਕਿਉਂਕਿ ਇਹਨਾਂ ਨੂੰ ਭੁਲੇਖੇ ਦੇ ਵਿੱਚ ਜਾਂ ਕੋਈ ਸ਼ਰਮ ਦੇ ਮਾਰਿਆਂ ਥੋੜ੍ਹਾ ਬਹੁਤ ਪੰਜਾਬ ਦਾ ਚੰਗਾ ਕਰਨਾ ਹੀ ਪਊਗਾ। ਚੰਗਾ ਨਹੀਂ ਕਰਨਾ ਪਊਗਾ ਤਾਂ ਘੱਟ ਮਾੜਾ ਕਰਨਗੇ। ਤਾਂ ਇਹਦੇ ਵਿੱਚ ਉਮੀਦ ਕਰਦੇ ਹਾਂ ਕਿ ਸ਼ਾਇਦ ਮਤਲਬ ਜੇ ਕੋਈ ਨਵਾਂ ਸਿਸਟਮ ਖੜ੍ਹਾ ਹੁੰਦਾ ਤਾਂ ਉਹ ਜਿਹੜਾ ਹੈਗਾ ਉਹਦਾ ਸਵਾਗਤ ਕਰਾਂਗੇ। ਆਉਣ ਵਾਲੇ ਸਮੇਂ 'ਚ ਜੇ ਟਾਈਮ ਹੈਗਾ 5-10-15 ਦਿਨਾਂ ਦੇ ਬਾਅਦ ਕੀ ਹਵਾ ਬਣਦੀ ਹੈ, ਉਹਦੇ ਮੁਤਾਬਕ ਜਿਹੜਾ ਹੈਗਾ ਜ਼ਰੂਰ ਆਪਾਂ ਆਪਦਾ ਡਿਸੀਜ਼ਨ ਵੀ ਲਵਾਂਗੇ ਅਤੇ ਲੋਕਾਂ ਨੂੰ ਅਪੀਲ ਵੀ ਕਰਾਂਗੇ।
ਜਿਹੜੇ ਕਿ ਪੁਰਾਣੇ ਸੀਐਮ ਰਹਿ ਚੁੱਕੇ ਆ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਕਿਹਾ ਕਿ ਮੈਨੂੰ ਪਾਕਿਸਤਾਨ ਤੋਂ ਮੈਸੇਜ ਆਇਆ ਸੀਗਾ ਇਮਰਾਨ ਖਾਨ ਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ 'ਚ ਲੈ ਲਓ, ਇਹਨੂੰ ਪ੍ਰਧਾਨ ਬਣਾ ਦਿਓ, ਜੇ ਨਹੀਂ ਕੰਮ ਕਰੂਗਾ ਭਾਵੇਂ ਫਿਰ ਦੁਬਾਰਾ ਥੱਲੇ ਲਾ ਦਿਓ। ਉਹ ਤਾਂ ਇਹ ਵੀ ਕਹਿੰਦਾ ਫਲਾਨਾ ਐਮਐਲਏ ਰੇਤਾ ਵੇਚਦਾ ਸੀ, ਫਲਾਨਾ ਆਹ ਕਰਦਾ ਸੀ, ਮੈਂ ਸੋਨੀਆ ਗਾਂਧੀ ਨੂੰ ਇਹ ਕਹਿੰਦਾ ਸੀ ਤੂੰ ਸੀਐਮ ਕਾਹਦਾ ਸੀ ਇੱਥੇ ਬਾਈ ਦੀ ਵੇ, ਠੀਕ ਹੈ। ਉਹ ਬੰਦਾ ਤਾਂ ਐਡਾ ਮਤਲਬ ਗਿਰਿਆ ਹੋਇਆ ਆਦਮੀ ਹੈ ਪੋਲੀਟਿਕਸ ਦਾ, ਸਭ ਤੋਂ ਨੁਕਸਾਨ ਭਾਵੇਂ ਪਿਛਲੀ ਰਵਾਇਤੀ ਪਾਰਟੀਆਂ ਵਿੱਚੋਂ ਕਿਸੇ ਬਾਰੇ ਵੀ ਜ਼ਿਆਦਾ ਹੋਵੇ, ਪਰ ਸਭ ਤੋਂ ਗੰਦਾ ਚਿਹਰਾ ਜਿਹੜਾ ਵਿਖਾਇਆ ਕੈਪਟਨ ਅਮਰਿੰਦਰ ਨੇ ਆਪਣਾ ਵਿਖਾਇਆ। ਤਾਂ ਉਹਦੀ ਗੱਲ ਕਿਸੇ ਕਹੀ ਦਾ ਆਇਆ ਹੋਊਗਾ ਫੋਨ, ਉਹਦੀ ਕੀ ਵੈਲਿਊ ਹੈ, ਪੈਸੇ ਢੋ ਕੇ ਅਰੂਸਾ ਦੇ ਥਰੂ ਸਾਰਾ ਪੰਜਾਬ ਦਾ ਨੰਗ ਕਰਤਾ ਉਹਨੇ, ਠੀਕ ਹੈ। ਅਤੇ ਗੱਲਾਂ ਹੁਣ ਇਹ ਕਰਦਾ, ਮੈਨੂੰ ਉਹਦਾ ਫੋਨ ਆਇਆ ਸੀ, ਉਹ ਉਦੋਂ ਗੱਲ ਕਰਦਾ। ਆਮ ਤੌਰ 'ਤੇ ਆਪਾਂ ਗੱਲ ਕਰਦੇ ਨਾ, ਮੈਨੂੰ ਵੀ ਕੋਈ ਪੁੱਛ ਨਹੀਂ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ, ਅਤੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਇਹ ਨਹੀਂ, ਕਿਉਂਕਿ ਇਹਨਾਂ ਨੂੰ ਤਾਂ ਕੁਐਸਚਨ ਕਰਦਾ ਹੀ ਕੋਈ ਨਹੀਂ। 5 ਸਾਲ ਉਹ ਜਨਾਨੀ ਨੇ ਘਰ ਵਿੱਚ ਰੱਖੀ, ਕਿਸੇ ਨੇ ਕੁਐਸਚਨ ਕੀਤਾ ਇਹਨੂੰ? ਸਾਡੇ ਵਰਗੇ ਨੇ ਬੋਲਣ ਤੋਂ ਇਲਾਵਾ ਵੀ ਹਾਂ ਵੀ ਇਹ ਘਰੇ ਕਿਸ ਖੇਤੇ ਰਸਤੇ 'ਚ ਰੱਖੀ ਹੋਈ ਤੁਸੀਂ? 80 ਸਾਲ ਦੇ ਬੁੜਾ ਜੀ ਨੇ ਕਬਰ ਦੇ ਲੱਤਾਂ ਗਈਆਂ, ਇਹ ਕਾਹਦੀ ਫਰੈਂਡਸ਼ਿਪ ਹੁੰਦੀ, ਦੱਸਦਾ ਨਹੀਂ ਵੀ ਇਹਨਾਂ ਦੇ ਗਿਰੇ ਹੋਏ ਕਰੈਕਟਰ ਇਹਦੇ 'ਚ ਦਿਖਾਈ ਦਿੰਦੇ। ਤਾਂ ਸੋ ਇਹ ਕੈਪਟਨ ਅਮਰਿੰਦਰ ਵਰਗੇ ਬੰਦੇ ਤਾਂ ਜ਼ਿੰਦਗੀ 'ਚ ਹੀ ਨਹੀਂ ਚਾਹੀਦੇ, ਪਤਾ ਨਹੀਂ ਕਿਉਂ ਰੱਬ ਇਹਨਾਂ ਨੂੰ ਸਾਥ ਦਿੰਦਾ, ਠੀਕ ਹੈ। ਕਿਹੜੇ ਇਹਨਾਂ ਨੇ ਪੁੰਨ ਕੀਤੇ ਹੋਏ ਆ, ਬੇੜਾ ਗਰਕ ਪੰਜਾਬ ਦਾ ਕੀਤਾ, ਅਤੇ ਇਹਨਾਂ ਨੂੰ ਮੌਤ ਵੀ ਨਹੀਂ ਆਉਂਦੀ। ਮੈਂ ਤਾਂ ਇੱਥੋਂ ਤੱਕ ਵੀ ਸਖਤ ਲਫ਼ਜ਼ ਯੂਜ਼ ਕਰਦਾ ਹੁੰਦਾ ਇਹਨਾਂ। ਜਿਹੜੀਆਂ ਇਨਕੁਆਇਰੀਆਂ ਹੁੰਦੀਆਂ, ਜਿੱਦਾਂ ਤੁਹਾਡੇ ਕੋਲ ਕੋਈ ਇਨਕੁਆਇਰੀ ਆਈ ਸੀ, ਉਹਦੇ ਵਿੱਚ ਇੰਨਾ ਕੁਝ ਹੋ ਗਿਆ, ਤੁਹਾਨੂੰ ਡਿਸਮਿਸ ਤਾਂ ਕਰ ਦਿੱਤਾ ਗਿਆ, ਕਿੰਨਾ ਕੁ ਪ੍ਰੈਸ਼ਰ ਕਰ ਦਿੰਦੇ ਆ ਅਫਸਰਾਂ 'ਤੇ ਕਿ ਜਿਹੜੀਆਂ ਇੱਦਾਂ ਦੀਆਂ ਇਨਕੁਆਇਰੀਆਂ ਕਿਸੇ ਨੂੰ ਫਸਾ ਵੀ ਦਿੰਦੀਆਂ ਅਤੇ ਕਿਸੇ ਨੂੰ ਕਢਾ ਵੀ ਦਿੰਦੀਆਂ? ਤੁਹਾਡੇ ਸਾਹਮਣੇ ਜੀ ਮੇਰੇ ਵਾਲਾ ਹੀ ਤੁਸੀਂ ਵੇਖ ਲਓ ਵੀ ਇੱਕ ਪਹਿਲੀ ਗੱਲ ਤਾਂ ਪੁਲਿਸ ਦੇ ਖਾਤੇ ਵਿੱਚ ਕੋਈ ਚੰਗਾ ਕੰਮ ਕਰਨਾ ਆਉਂਦਾ ਹੀ ਨਹੀਂ, ਕਿਉਂਕਿ ਮਾੜੇ ਕੰਮ ਇਹਨਾਂ ਨੇ ਕਰਾਉਣੇ ਹੁੰਦੇ। ਉਹ ਗਲਤੀ ਨਾਲ ਬਾਈ ਚਾਂਸ ਬਾਈ ਮਿਸਟੇਕ, ਠੀਕ ਹੈ, ਆ ਇੱਕ ਇਨਕੁਆਇਰੀ ਮੈਥੋਂ ਇਸ ਭੁਲੇਖੇ 'ਚ ਠੀਕ ਕੀਤੀ ਗਈ ਕਿ ਨਵਜੋਤ ਸਿੰਘ ਸਿੱਧੂ ਮੇਰੇ ਮਗਰ ਖੜਾ ਹੈ, ਅਤੇ ਉਹਦਾ ਹਸ਼ਰ ਵੇਖ ਲਓ। ਅਤੇ ਨੁਕਸਾਨ ਸਾਡਾ ਕੀ ਨਹੀਂ ਕੀਤਾ, ਸਾਡੇ ਡਿਪਾਰਟਮੈਂਟ ਨੇ ਕੀਤਾ, ਡੀਜੀਪੀ ਨੇ ਕਰਵਾਇਆ, ਠੀਕ ਹੈ, ਰਲ ਕੇ ਕੀਤਾ ਸਭ ਨੇ। ਕਿਹੜਾ ਦਿਨਕਰ? ਹਾਂ, ਦਿਨਕਰ ਗੁਪਤਾ। ਮੈਂ ਉਹਦੀ ਡੀਜੀਪੀ ਹੁੰਦਿਆਂ ਅਤੇ ਆਪਣੇ ਡੀਐਸਪੀ ਹੁੰਦਿਆਂ ਉਹਦੇ ਮੋਬਾਈਲ 'ਤੇ ਮੈਸੇਜ ਕਰਦਾ ਰਿਹਾ ਵੀ ਤੇਰੇ ਵਰਗੇ ਜਿਹੜੇ ਡੀਜੀਪੀ ਲੱਗਣੇ ਸੀ ਤਾਂ ਪੰਜਾਬ ਦੇ ਪੁਲਿਸ ਦਾ ਬੇੜਾ ਗਰਕ ਹੋਣਾ ਸੀਗਾ। ਉਦੋਂ ਕਰਦਾ ਰਿਹਾ, ਅੱਜ ਦੀ ਗੱਲ ਨਹੀਂ ਮੈਂ ਕਰਦਾਗਾ, ਮੇਰੇ ਕੋਲ ਸਾਰਾ ਕੁਛ ਹੈਗਾ, ਜਿਹੜਾ ਮਰਜ਼ੀ ਦਿਖਾਇਆ ਕੋਈ ਦੇਖ ਸਕਦਾ ਇਹਦੇ ਵਿੱਚ, ਠੀਕ ਹੈ। ਤਾਂ ਇਸ ਕਰਕੇ ਮੈਨੂੰ ਨਾ ਇਹਨਾਂ ਤੋਂ ਡਰ ਆਉਂਦਾ, ਨਾ ਇਹਨਾਂ ਨੂੰ ਕੋਈ ਸ਼ਰਮ ਹੈਗੀ ਹੈ। ਤਾਂ ਇਹ ਪ੍ਰੋਫੈਸ਼ਨਲਿਜ਼ਮ ਖਤਮ ਹੋਣ ਕਰਕੇ ਪੁਲਿਸ ਦਾ ਵੀ ਬੇੜਾ ਗਰਕ ਹੋ ਗਿਆ, ਅਤੇ ਹਰ ਪਾਸਾ ਜਿਹੜਾ ਇਸ ਟਾਈਮ ਪੰਜਾਬ ਦਾ ਹੈਗਾ ਬਿਲਕੁਲ ਹਰ ਪਾਸੇ ਤੋਂ ਥੱਲੇ ਹੋਇਆ ਹੋਇਆ ਸਿਸਟਮ ਹੈਗਾ। ਇਹਨੂੰ ਜਿਵੇਂ ਕਹਿੰਦੇ ਇਹਨਾਂ ਨੇ ਢਾਹ ਕੇ ਨਵਾਂ ਬਣਾਉਣ ਵਾਲੀ ਗੱਲ ਹੈ, ਉਹ ਹਾਲਾਤ ਹੈ। ਕੋਈ ਪ੍ਰੋਪਰਟੀ ਨਹੀਂ ਛੱਡੀ ਇਹਨਾਂ ਨੇ, ਕੋਈ ਜਿਹੜੀ ਐਸਟ ਸੀਗੇ ਜਿਹੜੇ ਹੈਗੇ ਉਹ ਨਹੀਂ ਛੱਡੇ, ਕੋਈ ਟਰਾਂਸਪੋਰਟ ਦਾ ਜਿਹੜਾ ਸਿਸਟਮ ਸੀਗਾ, ਹਰ ਚੀਜ਼ ਜਿਹੜੀ ਹੈਗੀ ਆ ਪ੍ਰਾਈਵੇਟ ਕਰਕੇ ਇਹਨਾਂ ਨੇ ਆਪਣੇ ਘਰਾਂ 'ਚ ਕਰ ਲਈ ਹੈ। ਅਤੇ ਸਟੇਟ ਕਾਹਨੇ ਚੱਲਣੀ ਹੈ, ਠੀਕ ਹੈ। ਰਹਿੰਦਾ ਹੁੰਦਾ GST ਦੇ ਥਰੂ ਜਿਹੜਾ ਪੈਸਾ ਟੈਕਸ ਦਾ ਆਉਂਦਾ ਸੀ, ਉਸ ਦਾ ਪਹਿਲਾਂ ਸੈਂਟਰ ਕੋਲ ਜਾਂਦਾ ਹੈ, ਫਿਰ ਵਾਪਸ ਉੱਥੋਂ ਲੈਂਦੇ ਆ। ਹਰ ਚੀਜ਼ ਜਿਹੜੀ ਹੈਗੀ ਸੈਂਟਰ ਨੇ ਆਪਣੇ ਗੁਲਾਮੀ 'ਚ ਕਰ ਲਈ ਹੈ। ਗੁਲਾਮੀ ਕਿਉਂ ਕੀਤੀ? ਕਿਉਂਕਿ ਇਹ ਸਾਰੇ ਚੋਰ ਸੀਗੇ। ਜੇ ਕੋਈ ਸਾਫ ਸੁਥਰਾ ਹੁੰਦਾ ਤਾਂ ਪ੍ਰੋਟੈਸਟ ਕਰਦਾ, ਠੀਕ ਹੈ। ਅਤੇ ਜੋ ਸੈਂਟਰ ਚਾਹੁੰਦਾ ਉਹਦੇ ਮੁਤਾਬਕ ਤਾਂ ਚੱਲਦਾ, ਕਿਉਂਕਿ ਜਿੰਨੇ ਵੀ ਪੋਲੀਟੀਸ਼ਨ ਹੈ ਇਹ ਸਾਰੇ ਦੇ ਸਾਰੇ ਕਰਪਟ ਹੈ ਅਤੇ ਗਲਤ ਧੰਦਿਆਂ ਦੇ ਵਿੱਚ ਲੱਗੇ ਹੋਏ। ਇਹਨਾਂ ਦੀਆਂ ਸਾਰਿਆਂ ਦੀਆਂ ਫਾਈਲਾਂ ED ਦੇ ਥਰੂ, CBI ਦੇ ਥਰੂ, ਹੋਰ ਏਜੰਸੀਆਂ ਦੇ ਥਰੂ ਜਿਹੜੀਆਂ ਉਹਨਾਂ ਕੋਲ ਸੈਂਟਰ ਕੋਲ ਹੁੰਦੀਆਂ, ਅਤੇ ਉਹਦੇ ਮੁਤਾਬਕ ਜੋ ਵੀ ਅੱਜ ਵੀ ਮੈਂ ਕਹਿੰਦਾ ਜੋ ਵੀ ਅੱਜ ਵੀ ਸਰਕਾਰ ਜਿਹੜੀ ਹੈਗੀ ਹੈ ਉਹ ਇੱਥੇ ਮਤਲਬ ਸੈਂਟਰ ਦੀ ਹੈਗੀ ਹੈ। ਜੋ 4.5 ਸਾਲ ਕੀਤਾ ਇਹਨੇ ਕੈਪਟਨ ਨੇ, ਉਹ ਰਲ ਮਿਲ ਕੇ ਮਿਲੀ ਭੁਗਤ ਨਹੀਂ ਕੀਤਾ। ਉਹਨਾਂ ਨੂੰ ਵੀ ਲੋੜ ਸੀ, ਉਹਨਾਂ ਦਾ ਕੰਮ ਚੱਲਦਾ ਸੀਗਾ, ਅਤੇ ਇਹਨੇ ਆਪਦੇ ਸਟੇਟ ਲੁੱਟਣੀ ਸੀ, ਇੱਕ ਔਰਤ ਨੂੰ ਉਹਨੂੰ ਵੀਜ਼ੇ ਦਿਵਾਉਣੇ ਸੀ, ਜਾਂ ਹੋਰ ਆਪਣੇ ED ਦੇ 'ਚ ਬਚਣਾ ਸੀਗਾ। ਅਤੇ ਇਸ ਕਰਕੇ ਆਹ ਗੁਲਾਮੀਆਂ ਦੇ ਵਿੱਚ ਸਰਕਾਰਾਂ ਚੱਲਦੀਆਂ, ਲੋਕਾਂ ਨੂੰ ਫਿਰ ਇੱਥੋਂ ਕੀ ਮਿਲਣਾ? ਤਾਂ ਇਸ ਕਰਕੇ ਜਿੰਨਾ ਚਿਰ ਇੱਥੇ ਇਹਨਾਂ ਸੀਟਾਂ 'ਤੇ ਕੋਈ ਉਹ ਬੰਦੇ ਨਹੀਂ ਬੈਠਣਗੇ ਜਿਨ੍ਹਾਂ ਨੇ ਆਪਦੇ ਘਰ ਨਹੀਂ ਭਰਨੇ, ਜਿਨ੍ਹਾਂ ਦੇ ਆਪਣੇ ਪਰਸਨਲ ਇੰਟਰਸਟ ਨਹੀਂ ਹੈਗੇ, ਉਹਨਾਂ ਚਿਰ ਸਟੇਟ ਦਾ ਜਿਹੜਾ ਭਲਾ ਹੋਣਾ ਬਹੁਤ ਔਖਾ। ED ਦੀ ਗੱਲ ਕੀਤੀ, ED ਦੀ ਰੇਡ ਹੋਈ ਹੈ, ਚੰਨੀ ਦੇ ਰਿਸ਼ਤੇਦਾਰਾਂ ਘਰੇ ਬੜੇ ਪੈਸੇ ਮਿਲੇ, 12-12 ਲੱਖ ਦੀ ਘੜੀ ਮਿਲੀ, 10-10 ਕਰੋੜ ਰੁਪਈਆ ਮਿਲਿਆ। ਕਹਿੰਦੇ ਉਹ ਰੇਤ ਮਾਫੀਆ ਦੇ ਨਾਲ ਸੰਬੰਧ ਸੀਗਾ ਕਿ ਉੱਥੋਂ ਇੰਨੇ ਪੈਸੇ ਇਕੱਠੇ ਕੀਤੇ, ਉਹਦੀ ਇਨਕੁਆਇਰੀ ਵੀ ਚੱਲਦੀ ਪਈ ਹੈ। ਅੱਜ ਤੱਕ ED ਦੇ ਕਿਹੜੇ ਸਿਸਟਮ ਨੇ ਹੁਣ ਤੱਕ ਕੁਛ ਕੀਤਾ? ਇਹ ਤਾਂ ਇਹਨਾਂ ਦੀਆਂ ਦੁਕਾਨਾਂ, ਜਿਵੇਂ ਮੈਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਕਹਿੰਦਾ, ਇਹ ਛੋਟੀਆਂ ਦੁਕਾਨਾਂ ਹੈ। ED ਅਤੇ ਦੂਜੀਆਂ CBI ਏਜੰਸੀਆਂ ਹੈਗੀਆਂ। ਇਹ ਜਿਹੜੀ ਸਰਕਾਰ ਆ ਉਹ ਵਰਤਦੀ ਹੈ। ਕੋਈ ED ਉਡੀ ਇੱਥੇ ਕੁਛ ਨਹੀਂ ਹੈਗੀ। ਏਡੇ ਏਡੇ ਵੱਡੇ ਇੱਥੇ ਤਰਨਤਾਰਨ 'ਚ 600 ਬੰਦਾ ਮਰ ਗਿਆ, ਉਹਦੀ ਵੀ ED ਨੇ ਸੀਗੀ ਪਰਚਾ ਦਰਜ ਕੀਤਾ। ਹੋਰ ਵੀ ਬੜੇ ਹੈਗੇ ਜਿਹਦੇ ਵਿੱਚ ਮਤਲਬ ਵੱਡੇ ਨਾਮ ED ਵੱਲੋਂ ਆਏ ਹੋਏ ਆ, ਅਤੇ ਕੁਛ ਵੀ ਨਹੀਂ, ਸਭ ਉਹ ਬੰਦ ਲਿਫਾਫੇ ਪਏ ਆ। ਜੋ ਜੀ ਕਰਦਾ ਵਾਪਸ ਮੰਗਾ ਲੈਂਦੇ ਆ, ਉੱਥੇ ਦਿੱਲੀ ਉੱਥੇ ਨੱਪ ਕੇ ਬਹਿ ਜਾਂਦੇ, ਅਤੇ ਕੁਛ ਨਹੀਂ ਹੁੰਦਾ। ਪੁੱਛਣ ਵਾਲਾ ਕੋਈ ਨਹੀਂ, ਅਕਾਊਂਟੇਬਿਲਟੀ ਹੋਵੇ ਤਾਂ ਫਿਰ ਹੀ ਹੈ ਨਾ। ਤਾਂ ਇਸ ਕਰਕੇ ਏਜੰਸੀਆਂ ਦੀ ਕੋਈ ਕ੍ਰੈਡੀਬਿਲਟੀ ਨਹੀਂ ਹੈਗੀ। ਨਾਮ ਹੈਗਾ ਹੁਣ ਆਈ ਹੈ ਜੀ ED, ਪਹਿਲਾਂ ਕਿੱਥੇ ਸੀ ED? ਹੁਣ ਕਿੱਥੇ ਦੱਸ ਗਏ ਪੈਸੇ? ਪਹਿਲਾਂ ਨਹੀਂ ਦੱਸਦੇ ਸੀ। ਪਹਿਲਾਂ ਰੇਤੇ ਦਾ ਕਾਰੋਬਾਰ ਨਹੀਂ ਚੱਲੇ 4.5 ਸਾਲ, ਉੱਥੇ ਉਦੋਂ ਕਿੱਥੇ ED? ਤਾਂ ਜੋ ਹੁਕਮ ਹੁੰਦਾ ਇਹਨਾਂ ਨੂੰ ਉੱਪਰੋਂ ਦੇ ਮੁਤਾਬਕ ਚੱਲਦੇ ਆ। ਇਹ ਸਿਰਫ ਜਿਹੜੇ ਉਹਨਾਂ ਦੇ ਪੱਪਟ ਹੈ, ਠੀਕ ਹੈ, ਪਾਲਤੂ ਕੁੱਤਿਆਂ ਦੇ ਰੂਪ 'ਚ ਕੰਮ ਕਰਦੀਆਂ ਸਾਰੀਆਂ ਏਜੰਸੀਆਂ। ਬੜਾ ਮਤਲਬ ਇਹ ਅਫਸੋਸ ਨਾ ਕਰਨਾ ਪੈਂਦਾ ਇਹਨਾਂ ਚੀਜ਼ਾਂ। ਤੁਸੀਂ ਕਾਫੀ ਕਿਹਾ ਕਿ ਤਰਨਤਾਰਨ 'ਚ ਮੌਤਾਂ ਹੋ ਗਈਆਂ, ਖੰਨੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਵੀ ਕਾਫੀ ਮੌਤਾਂ ਹੋਈਆਂ ਸੀ, ਤੁਹਾਨੂੰ ਯਾਦ ਹੋਣਾ। ਬਿਲਕੁਲ, ਇਹ ਸਾਰੀ ਇੱਕ ਕੜੀ ਸੀ। ਇਕੱਲੇ ਖੰਨੇ ਦੇ ਵਿੱਚ, ਖੰਨੇ 'ਚ ਮੌਤਾਂ ਨਹੀਂ ਹੋਈਆਂ ਸੀ, ਖੰਨੇ ਫੈਕਟਰੀ ਲੱਗੀ ਹੋਈ ਸੀਗੀ। ਇਵੇਂ ਉਹ ਫੈਕਟਰੀ ਇਹ ਇੱਕ ਸਨੌਰ ਵਾਲਾ ਜਿਹੜਾ ਮਦਨ ਲਾਲ ਜਲਾਲਪੁਰ ਹੈ, ਠੀਕ ਹੈ, ਉਹ ਹੁਣ ਨਵਜੋਤ ਸਿੰਘ ਸਿੱਧੂ ਦੇ ਸਭ ਤੋਂ ਨੇੜੇ ਹੁਣ ਪਿੱਛੇ ਤੁਰੇ ਫਿਰਦੇ ਹੁੰਦੇ ਸੀਗੇ। ਇਵੇਂ ਆ ਗੁਰਪ੍ਰੀਤ ਕੋਟਲੀ ਜਿਹੜਾ ਲਾਸਟ ਮੰਤਰੀ ਬਣਾਇਆ। ਚਾਹੀਦੇ ਤੇ ਬੰਦੇ ਜੇਲ੍ਹਾਂ ਵਿੱਚ ਹੈ, ਠੀਕ ਹੈ। ਇੱਕ ਫਿਰੋਜ਼ਪੁਰ ਦਾ ਪਰਮਿੰਦਰ ਪਿੰਕੀ ਹੈਗਾ। ਇਹਨਾਂ ਨੇ ਜੋ ਪੈਸਾ ਸ਼ਰਾਬ ਦੇ ਵਿੱਚ ਕਮਾਇਆ ਤੁਸੀਂ ਸੋਚ ਵੀ ਨਹੀਂ ਸਕਦੇ।
ਧੰਦਾ ਮੇਨ ਡਰੱਗ ਦਾ ਸਭ ਤੋਂ ਵੱਡਾ ਪੈਸਾ ਉਹ ਹੈ, ਉਹਦਾ ਇੱਕ ਜਿਹੜਾ ਹੈਗਾ ਨੈਟਵਰਕ ਡਿਫਰੈਂਟ ਹੈ, ਠੀਕ ਹੈ। ਉਹਦੇ ਬਾਰੇ ਕਿਤੇ ਡਿਟੇਲ 'ਚ ਲੰਬੀ ਗੱਲ ਫਿਰ ਦੱਸਾਂਗੇ। ਦੂਸਰੇ ਨੰਬਰ 'ਤੇ ਸ਼ਰਾਬ ਹੈ। ਪਹਿਲਾਂ ਰੇਤਾ ਹੁੰਦਾ ਸੀ, ਤੇ ਰੇਤਾ ਗੱਲ ਹੈ ਵੀ ਰੇਤਾ 'ਤੇ ਤਾਂ ਇੱਕ ਟਰੱਕ 'ਚੋਂ 10-15 ਹਜ਼ਾਰ ਬਚਦਾ, ਅਤੇ ਉਹਦੇ ਪੇਟੀ 'ਚੋਂ 10-15 ਹਜ਼ਾਰ ਇੱਕ 'ਚੋਂ ਬਚਦਾ ਜਿਹੜੀ 400 ਆਉਂਦੀ ਟਰੱਕ ਦੇ ਵਿੱਚ। ਤੋ ਸ਼ਰਾਬ ਦੇ ਧੰਦੇ ਵਿੱਚ ਮਤਲਬ ਬਹੁਤ ਬੇਸ਼ਰਮੀ ਨਾਲ ਇਹਨਾਂ ਨੇ ਪੈਸਾ ਕਮਾਇਆ। ਸਾਰੇ MLA ਨੇ ਪੰਜਾਬ ਦੇ ਵਿੱਚ, ਇਕੱਲੇ ਇਹ ਨਹੀਂ ਹੈਗਾ। ਇਹ ਤਾਂ ਐਕਸਪੋਜ਼ ਤਾਂ ਹੋਏ ਕਿ ਉੱਥੇ ਮੌਤਾਂ ਹੋ ਗਈਆਂ, ਅਤੇ ਬਾਕੀ ਜਿਹੜਾ ਸਲੋ ਪੋਇਜ਼ਨ ਦੇ ਕੇ ਪੰਜਾਬੀਆਂ ਨੂੰ ਮੈਂ ਬੜਾ ਚਿਰ ਅਪੀਲਾਂ ਕਰਦਾ ਰਿਹਾ, ਉਹ ਠੇਕਿਆਂ ਤੋਂ ਸ਼ਰਾਬ ਲੈ ਕੇ ਨਾ ਪੀਓ, ਜ਼ਹਿਰ ਹੈ ਸਾਰਾ ਇਹ। ਅਤੇ ਹੁਣ ਵੀ ਤਾਂ ਲੋਕ ਪੀ ਜਾਂਦੇ, ਅਤੇ ਉਹ ਕੁਛ ਚੱਲਦਾ। ਇਸ ਕਰਕੇ ਜਿਹੜੇ ਮਤਲਬ ਫਸ ਗਏ ਆ, ਜਿਹੜੇ ਸਾਹਮਣੇ ਆਉਂਦੇ ਨਾਮ, ਫਸੇ ਤਾਂ ਇਹ ਨਹੀਂ, ਨਾਮ ਸਾਹਮਣੇ ਆਏ ਆ, ਇਹਨਾਂ ਨੂੰ ਫਰਕ ਕੋਈ ਨਹੀਂ ਪਿਆ। ਅਦਰਵਾਈਜ਼ ਸਾਰਾ ਇਹਨਾਂ ਦਾ ਜਿਹੜਾ ਹੈਗਾ MLA ਹੈ ਜਾਂ ਜੋ ਵੀ ਸਾਰਾ ਸਿਸਟਮ ਹੈ, ਉਹ ਇਹ ਜਾਲੀ ਸ਼ਰਾਬ ਦੇ ਧੰਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਹੈ। ਅੱਜ ਵੀ ਇਨਵੋਲਵ ਹੈ, ਅੱਜ ਵੀ ਸਾਨੂੰ ਜ਼ਹਿਰ ਪਾਇਆ ਜਾ ਰਿਹਾ ਪੰਜਾਬੀਆਂ ਨੂੰ। ਤੇ ਸੇਖੋ ਸਾਹਿਬ, ਜਿਹੜੀ ਅੱਜ ਤੁਸੀਂ ਇੱਥੋਂ ਵੈਸਟ ਤੋਂ ਲੜੋਗੇ, ਜ਼ਿਆਦਾ ਫੋਕਸ ਅੰਮ੍ਰਿਤਸਰ 'ਚ ਰਹੂਗਾ ਜਾਂ ਵੈਸਟ 'ਚ ਰਹੂਗਾ? ਲੁਧਿਆਣੇ ਦੀ ਮੈਂ ਗੱਲ ਕਰ ਰਿਹਾ, ਜਾਂ ਨਵਜੋਤ ਸਿੰਘ ਸਿੱਧੂ ਉੱਥੇ ਅੰਮ੍ਰਿਤਸਰ ਜਾ ਕੇ ਉਹਦਾ ਵਿਰੋਧ ਕਰੋਗੇ, ਜਾਂ ਲੁਧਿਆਣੇ ਦੇ ਵਿੱਚ ਆਸ਼ੂ ਦਾ ਵਿਰੋਧ ਕਰੋਗੇ ਸਭ ਤੋਂ ਜ਼ਿਆਦਾ? ਨਹੀਂ, ਜ਼ਿਆਦਾ ਫੋਕਸ ਮੈਂ ਲੁਧਿਆਣੇ ਰੱਖੂੰਗਾ ਜੀ, ਕਿਉਂਕਿ ਉੱਥੇ ਤਾਂ ਪਹਿਲਾਂ ਹੀ ਬਹੁਤ ਵੱਡਾ ਇਲੈਕਸ਼ਨ ਲੜ ਰਹੇ ਆ। ਉੱਥੇ ਨਗਾਰਿਆਂ 'ਚ ਤੂਤੀ ਵਰਗੀ ਆਵਾਜ਼ ਪਤਾ ਨਹੀਂ ਮੇਰੀ ਕਿਸੇ ਨੇ ਸੁਣਨੀ ਕਿ ਨਹੀਂ ਸੁਣਨੀ। ਅਤੇ ਉਹ ਤਾਂ ਜਿਵੇਂ ਅੱਜ ਮੈਂ ਹੁਣ ਜਿਹੜੀ ਗੱਲ ਕਰ ਲਈ ਹੈ, ਅਤੇ ਇਹਦੇ ਵਿੱਚ ਵੀ ਜਿੰਨਾ ਕੁ ਗੱਲ ਕਰ ਸਕਦੇ ਹਾਂ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਇਲੈਕਸ਼ਨ ਚੱਲ ਰਿਹਾ ਹੈ, ਕੋਈ ਮੈਂ ਜਾ ਕੇ ਰੈਲੀਆਂ ਤਾਂ ਕਰਨੀਆਂ ਨਹੀਂ ਹੈਗੀਆਂ। ਐਂ ਨਹੀਂ ਕਿ ਜਾਊਂਗਾ ਨਹੀਂ, ਪਰ ਕੋਸ਼ਿਸ਼ ਜ਼ਰੂਰ 5-4 ਦਿਨ ਦਾ ਟਾਈਮ ਕੱਢ ਕੇ ਜਿੱਥੇ ਜਿੱਥੇ ਕੋਈ ਪ੍ਰੋਮੀਨੈਂਟ ਪਲੇਸ ਹੈਗੇ, ਜਿੱਥੇ ਚੰਗੇ ਲੋਕ ਰਹਿੰਦੇ ਆ, ਜਿੰਨਾਂ 'ਚ ਲੋਕਾਂ ਦੇ ਜਾਗਣ ਦੀ ਜਿੱਥੇ ਉਮੀਦ ਹੈ, ਉੱਥੇ ਜ਼ਰੂਰ ਜਾ ਕੇ ਟਾਈਮ ਲਾ ਕੇ ਉਹਨਾਂ ਨੂੰ ਕਰਾਂਗੇ ਕੋਸ਼ਿਸ਼। ਅਦਰਵਾਈਜ਼ ਮੀਡੀਆ ਦੇ ਵਿੱਚ ਥਰੂ ਜਿਹੜੀ ਹੈਗੀ ਹੈ ਸਾਰੀ ਗੱਲਬਾਤ ਕਰਦੇ ਰਹਾਂਗੇ। ਮੇਨ ਫੋਕਸ ਮੇਰਾ ਜਿਹੜਾ ਹੈਗਾ ਉਹ ਆਸ਼ੂ 'ਤੇ ਹੈਗਾ, ਕਿਉਂਕਿ ਇੱਥੇ ਲੋਕਲ ਬੈਠੇ ਹਾਂ ਅਸੀਂ, ਇੱਥੋਂ ਦੇ ਵੋਟਰ ਹਾਂ ਅਸੀਂ। ਅਤੇ ਸਭ ਤੋਂ ਪਹਿਲਾਂ ਅਸੀਂ ਆਪਦੇ ਉਹਨਾਂ ਜਿਹੜੇ ਚਿਹਰਿਆਂ ਨੂੰ ਢਾਲੀਏ ਜਿਹੜੇ ਕਿ ਜਿਨ੍ਹਾਂ ਨੇ ਆਪਣਾ ਬੇੜਾ ਗਰਕ ਖੁਦ ਹੀ ਕੀਤਾ ਹੋਇਆ। ਸਿੱਧੂ ਨੇ ਵੀ ਬਥੇਰਾ ਕੀਤਾ ਹੋਇਆ, ਉਹਦੇ ਵਾਸਤੇ ਉੱਥੇ ਬਹੁਤ ਵੱਡਾ ਜਾਲ ਬੁਣਿਆ ਗਿਆ, ਠੀਕ ਹੈ। ਉਹ ਬੈਠੇ ਆ, ਜਿਹੜਾ ਮਜੀਠੀਆ ਵੀ ਆਪਣੀ ਸੀਟ ਛੱਡ ਕੇ ਆ ਗਿਆ, ਤਾਂ ਕੋਈ ਸੋਚ ਕੇ ਆਇਆ ਹੋਊਗਾ। ਅਤੇ ਕਿਉਂਕਿ ਉਹ ਤਾਂ ਆਏ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੱਲੇ ਛੱਡਿਆ ਕੁਛ ਨਹੀਂ, ਕੋਈ ਇਹਦੇ ਨਾਲ ਕੋਈ ਲੌਬਿੰਗ ਨਹੀਂ ਹੈਗੀ, ਕੋਈ ਇਹਦੇ ਨਾਲ ਬੰਦਾ ਨਹੀਂ ਹੈਗਾ, ਪਾਰਟੀ ਦਾ ਇਹਦੇ ਨਾਲ ਕੋਈ ਬੰਦਾ ਨਹੀਂ ਹੈਗਾ, ਠੀਕ ਹੈ। ਕਿਹੜਾ ਅੱਜ ਕਹਿ ਸਕਦਾ ਫਲਾਣਾ ਬੰਦਾ ਜਿਹੜਾ ਕਾਂਗਰਸ ਪਾਰਟੀ, ਜਿਹੜੀ ਨਾਲ ਕਾਂਗਰਸ ਪਾਰਟੀ ਨਹੀਂ ਹੈਗੀ, ਠੀਕ ਹੈ। ਫਿਰ ਆਪ ਵੀ ਉੱਥੇ ਜਿਹੜੀ ਹੈਗੀ ਆ ਕੋਈ ਜਿਹੜਾ ਕੈਂਡੀਡੇਟ ਉਹਨਾਂ ਦਾ ਹੈਗਾ ਉਹ ਠੀਕ ਸੁਣਿਆ ਜਾਂਦਾ ਉਹਦੇ ਬਾਰੇ, ਅਤੇ ਉਧਰੋਂ ਇਹ ਹੋ ਗਿਆ। ਅਤੇ ਇਹਨੇ ਜਿੱਤਣਾ ਕਿੱਥੇ? ਨਵਜੋਤ ਸਿੰਘ ਸਿੱਧੂ ਨਹੀਂ ਉੱਥੋਂ ਜਿੱਤ ਸਕਦਾ। ਅਤੇ ਬਾਕੀ ਰਹਿੰਦੀ ਹੁੰਦੀ ਜਿਹੜੀ ਕਸਰ ਹੈਗੀ ਉਹ ਪੂਰੀ ਮੈਂ ਕੋਸ਼ਿਸ਼ ਕਰੂੰਗਾ ਕਿ ਮਤਲਬ ਇਹ ਦੁਬਾਰਾ ਜਿਹੜਾ ਹੈਗਾ ਇਹੋ ਜਿਹੇ ਬੰਦੇ ਜਿਹੜੇ ਧੋਖੇਬਾਜ਼ ਚਿਹਰੇ ਜਿਹੜੇ ਹੈਗੇ ਆ ਪੰਜਾਬ ਨੂੰ ਜਿਹੜਾ ਧਰਮ ਦੇ ਨਾਂ 'ਤੇ, ਕਰਤਾਰਪੁਰ ਲਾਂਘੇ ਦੇ ਨਾਂ 'ਤੇ ਜਾਂ ਹੋਰ ਗੱਲਾਂ 'ਤੇ ਗੁੰਮਰਾਹ ਕਰਨ ਨੂੰ ਫਿਰਦੇ ਆ, ਪੰਜਾਬੀ ਦੇ ਦਿਮਾਗ 'ਚੋਂ ਅਜੇ ਵੀ ਕੱਢਣ ਵਾਸਤੇ ਇਹਨੂੰ ਟਾਈਮ ਲੱਗਣਾ। ਪਰ 80 ਪੈਸੇ ਨਿਕਲਿਆ, ਜਿਹੜੇ 20 ਪੈਸੇ ਹੋਏ ਉਦੋਂ ਨਿਕਲ ਜੂਗਾ ਜਦੋਂ ਇੱਕ ਵਾਰੀ ਇਹ ਜਿੱਤਿਆ ਨਾ। ਉਦੋਂ ਬਾਅਦ ਇਹਨੇ ਵੜਨਾ ਨਹੀਂ ਕਿਤੇ, ਭੱਜਣਾ ਉੱਥੇ ਬੰਬੇ ਜਾ ਕੇ ਆਪਦਾ ਹੋਏ ਲਾਫਟਰ ਸ਼ੋਅ ਜਿਹੜਾ ਕਿ ਇਹਦੇ ਕਰੈਕਟਰ ਹੈਗਾ, ਫਿਰ ਇਹਨੂੰ ਦਿਸਣਾ ਹੀ ਨਹੀਂ ਇੱਥੇ ਕਿਤੇ। ਅਤੇ ਇਸ ਵਾਰ ਉਮੀਦ ਕਰਦੇ ਹਾਂ ਕਿ ਇਹਨੂੰ ਵਿਧਾਨ ਸਭਾ 'ਚ ਨਾ ਗਿਆ ਅਤੇ ਬਸ ਇਹਦੀ ਸਤਿ ਸ਼੍ਰੀ ਅਕਾਲ, ਬਾਕੀ ਤਾਂ ਇਹਦੇ ਨਾਲ ਕੋਈ ਹੈ ਹੀ ਨਹੀਂਗਾ। ਜਿਹੜੀਆਂ ਵਿਰੋਧੀ ਪਾਰਟੀਆਂ ਉਹ ਕਹਿੰਦੀਆਂ ਲੋਕਾਂ ਦਾ ਕੰਮ ਅਤੇ ਲੋਕਾਂ ਦੇ ਵਾਸਤੇ ਘੱਟ ਬੋਲਦੇ ਆ। ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਇੱਕ ਦੂਜੇ ਵਾਸਤੇ ਵੱਧ ਬੋਲਦੇ ਆ, ਤੂੰ ਉਹ ਲੰਬੂ ਹੋਏ ਇਹ ਉਹ ਇੱਦਾਂ ਦੀਆਂ ਗੱਲਾਂ ਕਰਦੇ ਆ, ਇੱਕ ਦੂਜੇ ਨੂੰ ਘੇੜਦੇ ਆ, ਲੋਕਾਂ ਦੀਆਂ ਗੱਲਾਂ ਨਹੀਂ ਕਰਦੇ, ਸਿਰਫ ਅਤੇ ਸਿਰਫ ਇੱਕ ਦੂਜੇ 'ਤੇ ਕਮੈਂਟਬਾਜ਼ੀ ਕਰਦੇ ਆ। ਲੋਕ ਵੀ ਆਦੀ ਹੋਏ ਨਾ, ਲੋਕ ਇਹਨਾਂ ਚੀਜ਼ ਨੂੰ ਨੋਟ ਕਰਨ, ਠੀਕ ਹੈ। ਇਹ ਲੋਕਾਂ ਨੂੰ ਜਾਗਣ ਦੀ ਤਾਂ ਇਹੀ ਲੋੜ ਹੈ ਨਾ ਵੀ ਇਹ ਡਰਾਮੇਬਾਜ਼ੀ, ਜਾਦੂਗਰੀ ਜਾਂ ਮਤਲਬ ਇਹ ਮਦਾਰੀ ਦਾ ਤਮਾਸ਼ਾ ਵਿਖਾ ਕੇ ਜੇ ਅਸੀਂ ਬੜਾ ਖੁਸ਼ ਹੁੰਦੇ। ਇੱਕ ਮੁੱਦੇ ਤਾਂ ਕਿੱਡੇ ਕਿੱਡੇ ਵੱਡੇ ਖੜੇ, ਪੰਜਾਬ ਦੇ ਬੇਰੁਜ਼ਗਾਰੀ ਖੜੀ ਹੈ, ਐਜੂਕੇਸ਼ਨ ਦੀ ਪ੍ਰੋਬਲਮ ਹੈ, ਨਸ਼ਿਆਂ ਨੇ ਸਾਡਾ ਐਡਾ ਵੱਡਾ ਨੁਕਸਾਨ ਕਰ ਦਿੱਤਾ। ਅਤੇ ਤਮਾਸ਼ੇ ਅਸੀਂ ਆਹ ਵੇਖਦੇ ਇਹਨਾਂ ਦੇ ਲੰਬੂਆਂ ਛੋਟੀਆਂ ਗੱਲਾਂ, ਠੀਕ ਹੈ। ਕਿਸੇ ਨੇ ਕਿਸੇ ਨੂੰ ਲੰਬੂ ਕਹਿਤਾ, ਕਿਸੇ ਨੇ ਕਿਸੇ ਨੂੰ ਬੌਣਾ ਕਹਿਤਾ, ਸਿੱਧੂ ਨੇ ਕਿਸੇ ਆਪਦਾ ਕਹਿ ਦਿੱਤਾ, ਠੀਕ ਹੈ। ਤੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਜਿਹੜਾ ਪੰਜਾਬੀਆਂ ਨੂੰ ਜਾਗਣ ਦੀ ਲੋੜ ਹੈਗੀ ਹੈ। ਸਾਡੇ ਮੁੱਦੇ ਹੋ ਰਿਹਾ, ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਵਾ, ਸਾਡੀ 3 ਜਨਰੇਸ਼ਨਾਂ ਪਿੱਛੇ ਖਤਮ ਕਰਤੀਆਂ ਇਸ ਸਿਸਟਮ ਨੇ, ਅਤੇ ਸਾਰੇ ਜਿਹੜੇ ਜ਼ਿੰਮੇਵਾਰ ਹੈ ਜਾ ਕੇ ਵੋਟ ਪਾਈਏ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਪੰਜਾਬ ਵਾਸਤੇ ਕੋਈ ਚੰਗਾ ਹੋਵੇ। ਸੁਖਬੀਰ ਸਿੰਘ ਬਾਦਲ ਨੇ ਵੀ ਕਮੈਂਟਬਾਜ਼ੀ ਕੀਤੀ ਸੀ ਪੁਲਿਸ ਵਾਲਿਆਂ 'ਤੇ ਕਿ ਜਾਂਦੇ ਰਸਤੇ ਜਾਂਦੇ ਮੁਲਾਜ਼ਮਾਂ ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕੱਢ ਲੈਂਦੇ, ਜਿੱਦਾਂ ਕਿ ਨਵਜੋਤ ਸਿੰਘ ਸਿੱਧੂ ਨੇ ਕਮੈਂਟਬਾਜ਼ੀ ਕੀਤੀ। ਵਿਰੋਧ ਵੀ ਹੋਇਆ ਸੀਗਾ, ਕਾਫੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਵਾਇਰਲ ਵੀ, ਪਰ ਉਸ ਤੋਂ ਬਾਅਦ ਵੀ ਸੁਖਬੀਰ ਬਾਦਲ ਹੈ ਜਿਹੜੇ ਇੱਦਾਂ ਦੀ ਕਮੈਂਟਬਾਜ਼ੀ ਕਰਦੇ ਆ। ਬੜੀ ਗੱਲ ਹੈ ਨਾ, ਇਹ ਕੋਈ ਚੰਗੀ ਗੱਲ ਹੈ। ਜਿਵੇਂ ਇਹ ਨੇ ਕਿਹਾ ਜੇ ਪੁਲਿਸ ਬਾਰੇ ਨਵਜੋਤ ਸਿੱਧੂ ਨੇ, ਤਾਂ ਉਹਦੀ ਵੀ ਉਨੀ ਨਿੰਦਾ ਕਰਨੀ ਬਣਦੀ। ਜਿਨ੍ਹਾਂ ਦੇ ਸਿਰ 'ਤੇ ਤੁਸੀਂ ਸਭ ਕੁਝ ਬਣੇ ਫਿਰਦੇ ਆ, ਉਹ ਸ਼ਰਮ ਕਰੋ। ਜੇ ਤਾਂ ਤੁਸੀਂ ਆਪ ਸਾਫ਼ ਸੁਥਰੇ ਹੋ ਤਾਂ ਫਿਰ ਹੈ, ਠੀਕ ਹੈ। ਤੁਸੀਂ ਤਾਂ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਕੇ ਲੁੱਟ ਕੇ, ਅਤੇ ਜੇ ਪੁਲਿਸ ਵਾਲੇ 54 ਜਾਂ 500 ਰੁਪਏ ਜਾਂ 100 ਰੁਪਏ ਕੱਢਣੇ, ਕੀ ਗੱਲ ਉਹਦੇ ਘਰੇ ਬੱਚੇ ਨਹੀਂ ਹੈਗੇ, ਠੀਕ ਹੈ। ਕਰਪਸ਼ਨ ਤਾਂ ਤੁਸੀਂ ਕਰਦੇ ਹੋ, ਡੈਨ ਜਿਹੜੇ ਕਰਪਸ਼ਨ ਦੇ ਤਾਂ ਤੁਸੀਂ ਆਪ ਹੈਗੇ ਹੋ ਸਾਰੇ, ਜਿੰਨੇ ਵੀ ਪੋਲੀਟੀਸ਼ਨ ਹੈਗੇ ਆ। ਅਤੇ ਥੱਲੇ ਸਿਪਾਹੀਆਂ ਨੂੰ, ਹੌਲਦਾਰਾਂ ਨੂੰ, ਤਹਿਸੀਲਦਾਰਾਂ ਨੂੰ, ਥਾਣੇਦਾਰਾਂ ਨੂੰ ਅਤੇ SHO ਤੋਂ ਇਲਾਵਾ ਇਹਨਾਂ ਨੂੰ ਕਰਪਸ਼ਨ ਦਿਸਦੀ ਨਹੀਂ, ਕਿਉਂਕਿ ਮਾਰਨ ਵਾਸਤੇ ਤਾਂ ਉਹੀ ਹੁੰਦੇ ਆ। ਉਦੋਂ ਉੱਪਰ ਕਦੇ ਅਫਸਰ ਫਸਿਆ ਕਦੇ ਕੋਈ? ਤੋ ਇਸ ਕਰਕੇ ਇਹ ਸਭ ਪੋਲੀਟੀਸ਼ਨ ਅਤੇ ਉੱਪਰਲਾ ਨੈਕਸਸ ਜਿਹੜਾ ਅਫਸਰਾਂ ਦਾ ਹੈਗਾ, ਸਾਰੇ ਦਾ ਸਾਰਾ ਜਿਹੜਾ ਹੈਗਾ ਬਿਲਕੁਲ ਮਹਾ ਕਰਪਟ ਹੈ। ਅਤੇ ਇਹੋ ਜਿਹੇ ਬੰਦੇ ਦੇ ਮੂੰਹ ਕਰਪਸ਼ਨ ਬਾਰੇ ਕਿਸੇ ਬਾਰੇ ਕਹਿਣਾ ਇੱਕ ਵੈਸੇ ਇੱਕ ਬਹੁਤ ਵੱਡੀ ਗਾਲ ਹੈ। ਤੋ ਬਾਕੀ ਤਾਂ ਇਹਨਾਂ ਨੂੰ ਸ਼ਰਮ ਤਾਂ ਕਿਸੇ ਨੂੰ ਹੈ ਹੀ ਨਹੀਂ ਹੈਗੀ, ਜੋ ਮਰਜ਼ੀ ਬੋਲਦੇ, ਕਿਹੜਾ ਪੁੱਛਣਾ ਕਿਸੇ ਨੇ। ਬਾਕੀ ਮੀਡੀਆ ਬਾਰੇ ਗੱਲ ਕਰਨੀ ਭੁੱਲ ਗਏ ਸੀ। ਮੀਡੀਆ ਦਾ ਬਹੁਤ ਵੱਡਾ ਰੋਲ ਸੀ ਇਸ ਸਿਸਟਮ ਦੇ ਵਿੱਚ। ਜੇ ਆਪਣੇ ਹਾਈ ਕੋਰਟ ਜਾਂ ਸੁਪਰੀਮ ਕੋਰਟਾਂ ਜਾਂ ਦੂਜੀਆਂ ਕੋਰਟਾਂ ਦਾ ਮਤਲਬ ਕਿਰਦਾਰ ਥੱਲੇ ਗਿਆ ਤਾਂ ਸਾਡਾ ਮੀਡੀਆ ਦਾ ਕਿਰਦਾਰ ਵੀ ਬਹੁਤ ਥੱਲੇ ਹੋਇਆ ਹੈ। ਚੌਥਾ ਥੰਮ ਸੀ ਇਹ
ਜੇ ਆਪਣਾ ਰੋਲ ਅਦਾ ਸਹੀ ਕਰਦਾ, ਕਦੇ ਕੁਐਸਚਨ ਕੀਤੇ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਇਹਨਾਂ ਨੂੰ ਕੁਐਸਚਨ ਪੁੱਛਦੇ, ਇਹੋ ਜਿਹੀ ਗੱਲ ਕੋਈ ਨਹੀਂ ਪੁੱਛਦਾ ਵੀ ਤੁਸੀਂ ਆ ਕਿਉਂ ਬੋਲਿਆ, ਤੂੰ ਰੂਸਾ ਕਿਉਂ ਰੱਖੀ ਹੋਈ, ਪੁੱਛਿਆ ਅਜੇ ਤੱਕ ਕਿਸੇ ਨੇ ਕੈਪਟਨ ਨੂੰ। ਹੋਰ 20 ਇਸ਼ੂ ਹੈਗੇ ਜਿਹੜੇ ਇਹਨਾਂ ਤੋਂ ਪੁੱਛੇ ਜਾ ਸਕਦੇ ਆ। ਨਵਜੋਤ ਸਿੰਘ ਸਿੱਧੂ ਕੋਲ ਮੀਡੀਆ ਬੇਹਜਾ ਹੀ ਕਰਾਉਣ ਜਾਂਦਾ, ਹੋਰ ਤੀਜੀ ਗੱਲ ਨਹੀਂ, ਤੂੰ ਤੋਂ ਬਿਨਾਂ ਕਿਸੇ ਨੂੰ ਬੋਲਦਾ ਨਹੀਂ ਉਹ, ਠੀਕ ਹੈ, ਤੂੰ ਕਰਕੇ ਗੱਲਾਂ ਕਰਦਾ ਫਿਰ ਮਤਲਬ ਕੀ ਲੈਣ ਜਾਂਦੇ ਹੈ, ਠੀਕ ਹੈ, ਆਪਣੀ ਕਿਉਂ ਸਮਾਨ ਵੇਚਣਾ ਇਹਨੇ ਆਪਣਾ, ਬਾਕੀ ਪੇਡ ਹੁੰਦਾ ਸਾਰਾ ਕੁਛ। ਇਸ ਟਾਈਮ ਸਾਰਾ ਮੀਡੀਆ ਪੰਜਾਬ ਦਾ ਬਿਲਕੁਲ ਜਿਹੜਾ ਹੈਗਾ ਆਪਣੀ ਜਿੱਥੇ ਜੋ ਸਮਾਨ ਚੱਕਿਆ ਉਹਦੇ ਮੁਤਾਬਕ ਚੱਲਦਾ। ਤਾਂ ਇਹ ਬੜੀ ਅਫਸੋਸ ਵਾਲੀ ਗੱਲ ਹੈ ਇਹਦੇ ਪਿੱਛੇ, ਠੀਕ ਹੈ। ਕੁਛ ਲੋਕ ਥੱਲੇ ਲੈਵਲ 'ਤੇ ਕਰਨਾ ਚਾਹੁੰਦੇ ਹੋਣਗੇ, ਉਹਨਾਂ ਦੇ ਉੱਪਰ ਜਿਹੜੇ ਬੰਦੇ ਬੈਠੇ ਉਹ ਨਹੀਂ ਕਰ ਦਿੰਦੇ। ਤਾਂ ਮੀਡੀਆ ਦੇ ਵਿੱਚ ਜਿਹੜਾ ਹੈਗਾ ਬਹੁਤ ਨਿਗਾਰ ਆਇਆ ਹੋਇਆ ਅਤੇ ਬਹੁਤ ਵੱਡੇ ਘਰਾਣਿਆਂ ਦੇ ਹੱਥਾਂ ਵਿੱਚ ਕਾਬੂ ਹੈ ਇਹ। ਅਤੇ ਇਸ ਕਰਕੇ ਉਮੀਦ ਨਹੀਂ ਕਰ ਸਕਦੇ, ਕਿਉਂਕਿ ਅਖੀਰ 'ਤੇ ਜਾ ਕੇ ਤਾਂ ਫਿਰ ਮੀਡੀਆ ਕੀ ਹੈ, ਮੀਡੀਆ ਵੀ ਇਹਨਾਂ ਦਾ ਕੰਟਰੋਲ ਹੈ, ਮਾਲਕ ਕੌਣ ਨੇ, ਇਹ ਨੇ। ਅਤੇ ਗੱਲ ਤਾਂ ਉੱਥੇ ਹੀ ਆ ਗਈ ਨਾ, ਕਹਿਣ ਨੂੰ ਜਦੋਂ ਮਰਜ਼ੀ ਕਹੀ ਜਾਈਏ, ਅਦਰਵਾਈਜ਼ ਜਿਹੜੀ ਹੈਗੀ ਪਿੱਛੇ ਜਿਹੜਾ ਜਦੋਂ ਬੈਕ 'ਤੇ ਅਸੀਂ ਜਾਂਦੇ ਹਾਂ ਤਾਂ ਚੀਜ਼ ਉਹੀ ਨਿਕਲਦੀ ਹੈ। ਉਹਦੇ ਪਿੱਛੇ ਪੋਲੀਟੀਸ਼ਨ ਹੀ ਖੜ੍ਹਾ ਹੈ, ਉਹਦੇ ਪਿੱਛੇ ਜਿਹੜਾ ਉੱਪਰ ਟੌਪ ਲੈਵਲ ਦਾ ਬਿਊਰੋਕਰੇਟ ਜਾਂ ਅਫਸਰਸ਼ਾਹੀ ਖੜ੍ਹੀ ਹੈ। ਸਾਰੇ ਜਿਹੜੀ ਹੈ ਹਾਲਾਤ ਮਾੜੇ ਪੰਜਾਬ ਦੇ, ਇਹਦੇ ਜ਼ਿੰਮੇਵਾਰ ਇਹ ਲੋਕ ਨੇ। ਕਿਹਾ ਜਾਂਦਾ ਕਿ ਇਮਾਨਦਾਰ ਜਿਹੜਾ DSP ਜਾਂ ACP ਜਾਂ ਹੋਰ ਵੀ ਕੋਈ ਅਫਸਰ ਲਾ ਲਈਏ, ਕਿ ਇਮਾਨਦਾਰ ਅਫਸਰ ਲਾਵਾਂਗੇ, ਇਮਾਨਦਾਰੀ ਵਰਤੇਗਾ, ਕੋਈ ਗਲਤ ਕੰਮ ਨਹੀਂ ਕਰੂਗਾ। ਅਤੇ ਤੁਸੀਂ ਜਿਹੜੀ ਇਮਾਨਦਾਰੀ ਵਰਤੀ ਹੈ, ਉਹ ਇਮਾਨਦਾਰੀ ਦਾ ਖਮਿਆਜਾ ਅੱਜ ਭੁਗਤ ਰਹੇ ਹੋ ਕਿ ਇੰਨੇ ਵਧੀਆ ਸੀਨੀਅਰ ਅਫਸਰ ਹੋ ਕੇ ਜਿਹੜਾ ਕਿ ਬਰਖਾਸਤ ਕਰ ਦਿੱਤਾ ਗਿਆ ਤੁਹਾਨੂੰ। ਇਮਾਨਦਾਰੀ ਦਾ ਇਹ ਮਤਲਬ ਕਿਹਾ ਜਾਂਦਾ ਇਮਾਨਦਾਰ, ਫਿਰ ਇਮਾਨਦਾਰੀ ਨਹੀਂ ਵਰਤਣੀ ਚਾਹੀਦੀ? ਨਹੀਂ ਦੇਖੋ, ਇਮਾਨਦਾਰ ਤਾਂ ਇਹਨਾਂ ਨੂੰ ਚਾਹੀਦਾ ਹੀ ਨਹੀਂ। ਮੈਂ ਤੁਹਾਨੂੰ ਆਪਣੇ ਬਾਰੇ ਗੱਲ, ਮੈਨੂੰ ਬੜੇ ਵਾਰੀ ਕੁਐਸਚਨ ਕਰ ਲੈਂਦੇ ਹੋ, ਮੈਂ 32 ਸਾਲ ਨੌਕਰੀ ਕੀਤੀ ਜੀ, ਤੁਸੀਂ ਇਮਾਨਦਾਰ ਹੋ? ਮੈਂ ਕਹਿੰਦਾ ਮੈਂ ਕਰਪਟ ਨਹੀਂ ਹੈਗਾ, ਮੇਰੇ ਖਿਲਾਫ ਕੋਈ ਇਲਜ਼ਾਮ ਨਹੀਂ ਹੈਗਾ, ਇਹ ਮੇਰੀ ਕੁਆਲਿਟੀ ਹੈਗੀ, ਠੀਕ ਹੈ। ਕੋਈ ਮੈਨੂੰ ਇਹ ਨਹੀਂ ਕਹਿ ਸਕਦਾ ਵੀ ਹਾਂ ਫਲਾਣਾ ਬੰਦਾ ਸਿੱਖੋਂ ਦਾ ਲੁੱਟਿਆ ਹੋਇਆ ਤੁਰਿਆ ਫਿਰਦਾ। ਅਤੇ ਜੇ 32 ਸਾਲ ਨੌਕਰੀ ਕੀਤੀ, ਐਡਜਸਟਮੈਂਟ ਤਾਂ ਅਸੀਂ ਵੀ ਕੀਤੀ, ਅਸੀਂ ਇਮਾਨਦਾਰ ਬਣਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਦਾ ਖਮਿਆਜਾ ਭੁਗਤਿਆ। ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਬੇਈਮਾਨੀ ਕੀਤੀ ਜਾਂ ਕੁਛ, ਇੱਥੇ ਕਿੱਥੇ ਚੱਲ ਜੂਗਾ ਜਿਹੜਾ ਬੰਦਾ ਇਮਾਨਦਾਰ ਹੈ। ਤਾਂ ਇਮਾਨਦਾਰ ਤਾਂ ਇੱਥੇ ਕੋਈ ਹੈ ਹੀ ਨਹੀਂ, ਠੀਕ ਹੈ, ਇਨਕਲੂਡਿੰਗ ਮੈਂ ਕਦੇ ਆਪਣੇ ਆਪ ਨੂੰ ਨਹੀਂ ਕਿਹਾ, ਠੀਕ ਹੈ, ਨਾ ਕੋਈ ਹੋਰ ਆ ਵੀ ਜੇ ਕੋਈ ਕਲੇਮ ਕਰਦਾ ਤਾਂ ਮੇਰੇ ਨਾਲ ਗੱਲ ਕਰ ਲੇ। ਪਰ ਫਿਰ ਵੀ ਇਸ ਦੇ ਬਾਵਜੂਦ ਵੀ ਇੱਕ ਮੌਕਾ ਮਿਲਿਆ ਸੀਗਾ, ਠੀਕ ਹੈ। ਅਸੀਂ ਹਰ ਬੰਦਾ ਚਾਹੁੰਦਾ ਹੁੰਦਾ ਕਿ ਆਪਣਾ ਕੋਈ ਆਪਦਾ ਫੇਸ ਜਿਹੜਾ ਹੈਗਾ ਉਹਨੂੰ ਠੀਕ ਕਰਕੇ ਵਿਖਾਇਆ ਜਾਵੇ। ਸਾਡੀ ਨੌਕਰੀ 'ਚ 2500 ਪੰਗੇ ਖੜੇ ਹੋਏ ਸੀਗੇ, ਅਤੇ ਜੇ ਇੱਕ ਚੰਗਾ ਕੰਮ ਸੀਗਾ ਅਤੇ ਇਹਦਾ ਮਤਲਬ ਮੈਂ ਕੋਸ਼ਿਸ਼ ਕੀਤੀ ਸੀ ਵੀ ਇੱਕ ਫੇਸ ਆਪਾਂ ਵਿਖਾਓ, ਕੋਸ਼ਿਸ਼ ਕਰਕੇ ਵਿਖਾਈਏ ਵੀ ਲੋਕ ਇਹ ਵੀ ਕਹਿ ਸਕਣ ਵੀ ਪੁਲਿਸ ਚੰਗਾ ਵੀ ਕਰ ਸਕਦੀ ਕੋਈ। ਅਤੇ ਉਹਦਾ ਰਿਜ਼ਲਟ ਵੀ ਤੁਹਾਡੇ ਸਾਹਮਣੇ ਹੈ, ਹੁਣ ਤਾਂ ਲੋਕਾਂ ਨੇ ਵੇਖਣਾ ਨਾ। ਮੈਂ ਕੋਸ਼ਿਸ਼ ਕੀਤੀ, ਮੈਂ ਰਿਜ਼ਲਟ ਭੁਗਤ ਲਿਆ, ਫਿਰ ਮੈਂ ਲੜ ਰਿਹਾ, ਮੈਂ ਕੋਈ ਘਰੇ ਨਹੀਂ ਬੈਠਾ ਹੈਗਾ, ਅਤੇ ਫਿਰ ਲੋਕ ਵੇਖ ਲੈਣ ਕੁਛ ਤਾਂ। ਕੁਛ ਤਾਂ ਇਹੋ ਜਿਹੇ ਬੰਦੇ ਲੱਭਣੇ ਪੈਣਗੇ ਜਿਹੜੇ ਕਿ ਮਤਲਬ ਸਿਸਟਮ ਦੇ ਅੱਗੇ ਝੁਕਣ ਨੂੰ ਤਿਆਰ ਨਹੀਂ ਹੈਗੇ, ਉਹੀ ਕੁਛ ਆਉਣ ਵਾਲੇ ਸਮੇਂ ਵਿੱਚ ਕਰ ਸਕਣਗੇ। ਹੋਰ ਇਹਨਾਂ ਤੋਂ ਥੋੜ੍ਹਾ ਉਮੀਦ ਕਰਦੇ ਹਾਂ ਅਸੀਂ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਹੋਰ 'ਤੇ ਠੱਗੀਆਂ ਲਾ ਕੇ ਕਰੋੜਾਂ ਰੁਪਈਆ, ਅਰਬਾਂ ਰੁਪਈਆ ਜਿਹੜਾ ਇਕੱਠਾ ਕੀਤਾ ਤਾਂ ਉਹਨੂੰ ਆਪਣੇ ਉਸ ਸਲਤਨਤ ਨੂੰ ਅੱਗੇ ਵਧਾਉਣਾ। ਉਹਨੂੰ ਤਾਂ ਸਾਡੇ ਵਰਗੇ ਉਹੋ ਜਿਹੇ ਮਲੰਗ ਬੰਦੇ ਚਾਹੀਦੇ ਜਿਨ੍ਹਾਂ ਨੂੰ ਲੈਣਾ ਕੁਛ ਨਹੀਂ ਹੈਗਾ। ਉਹ ਬੰਦੇ ਜਿਹੜੇ ਆਉਣ ਵਾਲੇ ਸਮੇਂ 'ਚ ਪੰਜਾਬ ਦਾ ਕੁਛ ਕਰ ਸਕਦੇ ਆ। ਅਤੇ ਉਹਦੇ ਵਿੱਚ ਇੱਕ ਮੈਂ ਲੋਕਾਂ ਨੂੰ ਵਿਖਾਇਆ, ਜੇ ਕੋਈ ਮੇਰੇ 'ਚ ਰੂਪ ਨਜ਼ਰ ਆਊਗਾ ਤਾਂ ਕੁਛ, ਜੇ ਮੇਰੇ ਵਰਗੇ ਬੰਦੇ ਨੂੰ ਕਿਤੇ ਹੈਲਪ ਜਾਂ ਸਪੋਰਟ ਮਿਲੂਗੀ ਤਾਂ ਹੋਰ ਉੱਠ ਖੜਨਗੇ ਲੋਕ। ਮੈਂ ਕੋਈ ਇਕੱਲਾ ਥੋੜ੍ਹਾ ਹੈਗਾ, ਬਹੁਤ ਲੋਕ ਬੈਠੇ ਆ, ਪਰ ਲੋਕ ਆਪਣੇ ਫੀਅਰ ਫੈਕਟਰ 'ਚੋਂ ਨਿਕਲਦੇ ਨਹੀਂਗੇ। ਅਤੇ ਜੇ ਲੋਕ ਐਪਰੀਸ਼ੀਏਟ ਕਰਨਗੇ ਇਹਨਾਂ ਚੀਜ਼ਾਂ ਨੂੰ, ਹੁਣ ਐਪਰੀਸ਼ੀਏਸ਼ਨ ਤਾਂ ਇਹੀ ਹੈ ਕਿ ਆਹ ਚੀਜ਼ਾਂ ਜਿਹੜੀਆਂ ਆਸ਼ੂ ਹਰ ਜਾਵੇ, ਬੈਂਸ ਹਰ ਜਾਣ, ਨਵਜੋਤ ਸਿੰਘ ਸਿੱਧੂ ਹਰ ਜਾਵੇ ਤਾਂ ਅਸੀਂ ਜਿੱਤ ਗਏ। ਅਤੇ ਇਸ ਕਰਕੇ ਆਪਣੀ ਜਿੱਤ ਜਿਹੜੀ ਹੈਗੀ ਹੈ ਇਹਨਾਂ ਦੀ ਹਾਰ 'ਚ ਛਿਪੀ ਹੋਈ ਹੈ। ਅਤੇ ਜੇ ਇਹ ਚੀਜ਼ਾਂ ਹੋਈਆਂ ਅਤੇ ਫਿਰ ਹੋਰ ਤਕੜੇ ਹੋ ਕੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਕਿ ਹੋਰ ਲੋਕਾਂ ਨੂੰ ਆਪਦੇ ਵਰਗਿਆਂ ਨੂੰ ਜਗਾਈਏ। ਕੈਪਟਨ ਅਮਰਿੰਦਰ ਸਿੰਘ ਨਾਲ ਵੀ ਤੁਹਾਡਾ ਕਾਫੀ 36 ਦਾ ਆਂਕੜਾ ਰਿਹਾ ਕਾਫੀ। ਜਦੋਂ ਇਹ ਤੁਹਾਡੇ ਨਾਲ ਗੱਲਬਾਤ ਹੋਈ ਅਤੇ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਸੀਗੇ, ਅਤੇ ਤੁਹਾਨੂੰ ਜਿਹੜਾ ਕੀ ਹੈ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਅਤੇ ਡਿਸਮਿਸ ਵੀ ਪਹਿਲੇ ਕਰ ਦਿੱਤਾ ਗਿਆ। ਉਹ ਆਂਕੜੇ ਨਾਲ ਉਹਨੂੰ ਕੀ ਹੈ ਜੀ, 36 ਦੇ ਆਂਕੜੇ ਨਾਲ ਉਹਦਾ ਜਦੋਂ ਉਹਨੇ ਬੋਲਿਆ ਸੀ ਮੇਰੇ ਬਾਰੇ ਮੈਂ ਡਿਸਮਿਸ ਕਰ ਦੂੰਗਾ। ਹੁਣ CM ਹੈ, ਉਹਦੇ ਸਾਹਮਣੇ DSP ਕੀ ਹੈਗਾ, ਪਰ ਮੈਂ ਰਿਐਕਸ਼ਨ ਜਿਹੜਾ ਦਿੱਤਾ ਸੀ ਆਪਣਾ ਹਾਰਡ ਦਿੱਤਾ ਸੀਗਾ। ਇਸ ਕਰਕੇ ਉਹ ਮਤਲਬ ਉਸ ਤੋਂ ਇਲਾਵਾ ਸਾਰੇ ਹੀ ਮਤਲਬ ਜੇ ਆਪਾਂ ਇਕੱਲੇ ਉਹਦੀ ਥੋੜ੍ਹਾ ਗੱਲ ਕਰਦੇ ਸਿਸਟਮ ਨੇ ਕੀਤਾ, ਮੈਂ ਕਹਿੰਦਾ ਜਦੋਂ ਡਿਸਮਿਸ ਕੀਤਾ ਉਹ ਤਾਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗਾ। ਤਾਂ ਇਹ ਸਾਰੇ ਇਹੀ ਇਕੱਠੇ ਇਸ ਮਾਮਲੇ 'ਚ, ਕੋਈ ਉਹਦੇ 'ਚ ਨਹੀਂ ਹੈਗਾ ਕਿ ਕੌਣ ਨਹੀਂ। ਤਾਂ ਜਿਹੜਾ ਮੈਂ ਪਹਿਲਾਂ ਹੀ ਕਿਹਾ ਕਿ ਸਭ ਤੋਂ ਭੈੜਾ ਜਿਹੜਾ ਕਰਪਟ ਅਤੇ ਗੰਦਾ ਚਿਹਰਾ ਜਿਹੜਾ ਨੀਵੇਂਪਣ ਦਾ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਹੀ। ਅੱਜ ਵੀ ਉਹਨੂੰ ਕੋਈ ਸ਼ਰਮ ਨਹੀਂ ਹੈਗੀ, ਅੱਜ ਵੀ ਸੀਟਾਂ ਤੋਂ ਬਿਨਾਂ, ਵੋਟਾਂ ਤੋਂ ਬਿਨਾਂ, ਮਤਲਬ ਇਹਨਾਂ ਦੀ ਤਾਕਤ ਤੋਂ ਬਿਨਾਂ ਦਾ ਗੁਜ਼ਾਰਾ ਕੋਈ ਨਹੀਂ। ਹੋਰ ਕੋਈ ਬੰਦਾ ਹੋਵੇ ਤਾਂ ਕੋਈ ਪਰਮਾਤਮਾ ਦਾ ਨਾਮ ਲੈ ਲੇ, ਮਰਨਾ ਵੀ ਤਾਂ ਹੈਗਾ, ਮੌਤ ਇਹਨਾਂ ਨੂੰ ਆਉਂਦੀ ਨਹੀਂ ਅਤੇ ਲਾਲਚ ਛੱਡਦੇ ਨਹੀਂ ਗੇ। ਅਤੇ ਬਾਕੀ ਪਰਮਾਤਮਾ ਦੇ ਘਰ ਦੇਰ ਹੈ, ਅੰਧੇਰ ਨਹੀਂ ਦੇਖਦੇ ਆਉਣ ਵਾਲੇ ਸਮੇਂ ਵਿੱਚ ਕਿੰਨਾ ਸਮਾਂ ਹੋਰ ਰੱਬ ਦਿੰਦਾ ਇਹੋ ਜਿਹੇ ਲੋਕਾਂ ਨੂੰ। ਤੁਸੀਂ ਦੇਖ ਸਕਦੇ ਹੋ DSP ਸੇਖੋਂ ਜਿਨ੍ਹਾਂ ਨੂੰ ਕਿ ਪਿਛਲੇ ਸਮੇਂ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਸਾਡੇ ਨਾਲ ਸੀ। ਅਤੇ ਲੁਧਿਆਣਾ ਦੇ ਵਿੱਚ ਜਿਹੜੇ ਨੇ ਵੈਸਟ ਹਲਕੇ ਤੋਂ ਲੜਨਗੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ, ਅਤੇ ਅੰਮ੍ਰਿਤਸਰ ਤੋਂ ਲੜਨਗੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ। ਹੁਣ ਆਉਣ ਵਾਲਾ ਸਮੇਂ ਦੱਸੇਗਾ ਕਿ ਕੀ ਬਣਦਾ ਹੈ, ਕਿਹਦੀ ਸਰਕਾਰ ਆਉਂਦੀ ਹੈ ਸੱਤਾ ਦੇ ਵਿੱਚ। ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ। ਕੈਮਰਾਮੈਨ ਪੰਕਜ ਸ਼ਰਮਾ ਦੇ ਨਾਲ ਸੌਰਵ ਅਰੋੜਾ ਦੀ ਰਿਪੋਰਟ। ਧੰਨਵਾਦ।